ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਕੱਲ ਦਿਨ ਭਰ ਜਿਹੜਾ ਉਹ ਕਿਸਾਨਾਂ ਦੇ ਮਸਲੇ ਤੇ ਸਰਕਾਰ ਉਲਝੀ ਦਿਖਾਈ ਦਿੱਤੀ। ਗੱਲਬਾਤ ਕਰਨੀ ਹੈ ਕਿ ਨਹੀਂ ਕਰਨੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾਂ ਕਹਿੰਦੇ ਟਾਈਮ ਰੱਖਤਾ, ਬਾਅਦ ਦੇ ਵਿੱਚ ਕਹਿੰਦੇ ਕਿ ਨਹੀਂ ਜੀ ਉਹ ਤਾਂ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਈ ਕਮਾਨ ਨੂੰ ਮਿਲਣ ਚਲੇ ਗਏ ਨੇ। ਪਰ ਇੱਧਰ ਪੰਜਾਬ ਦੇ ਕਿਸਾਨ ਅੱਤ ਦੀ ਗਰਮੀ ਦੇ ਵਿੱਚ ਸੜਕਾਂ ਤੇ ਬੈਠੇ, ਉਹਨਾਂ ਨੇ ਬੈਰੀਕੇਡ ਵੀ ਭੰਨੇ, ਪਰ ਉਹ ਕਿੱਥੇ ਗਰਮੀ ਮਨਾਉਂਦੇ ਨੇ ਪਤਾ ਸਾਰਿਆਂ ਨੂੰ। ਪਰ ਮਸਲਾ ਇਹ ਆ ਕਿ ਆਖਿਰਕਾਰ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਲਟਕਦੀਆਂ ਕਿਉਂ ਰਹਿ ਜਾਂਦੀਆਂ ਨੇ? ਕਾਰਨ ਕੀ ਹੈ? ਸਰਕਾਰਾਂ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੀਆਂ? ਨਾਲੇ ਪਤਾ ਹੈ ਕਿ ਉਹਨਾਂ ਨੇ ਆ ਕੇ ਤੰਬੂ ਕੱਢ ਕੇ ਬਹਿ ਜਾਣਾ। ਦੇਖੋ, ਕਿਸਾਨਾਂ ਨਾਲ ਇਤਿਹਾਸਕ ਤੌਰ ਤੇ ਇਹੋ ਕੁਝ ਹੁੰਦਾ ਰਿਹਾ ਜੋ ਪੰਜਾਬ ਦੇ ਵਿੱਚ ਹੁੰਦਾ ਆ। ਜੋ ਫਰਕ ਇੰਨਾ ਹੀ ਆ ਕਿ ਪੰਜਾਬੀ ਜਿਹੜੇ ਆ ਉਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ, ਸੜਕਾਂ ਤੇ ਆ ਕੇ ਉਹਨਾਂ ਗੱਲਾਂ ਦੀ ਜਵਾਬਦੇਹੀ ਤੈਅ ਕਰਦੇ ਆ, ਸਰਕਾਰਾਂ ਵਿਰੁੱਧ ਵੱਡੇ ਵੱਡੇ ਮੁਜ਼ਾਹਰੇ ਖੜੇ ਕਰਦੇ ਹੈਗੇ। ਇਹ ਸਾਧਨ ਸੰਪੰਨ ਕਿਸਾਨੀ ਦਾ ਇੱਕ ਕਿਸਮ ਦਾ ਤੁਸੀਂ ਕਹਿ ਲਓ ਜਮਾਵੜਾ ਹੈ, ਵੱਡਾ ਇਕੱਠ ਹੈ, ਵੱਡਾ ਮੁਹਿੰਮ ਹੈਗੀ ਹੈ। ਉਹਦੇ ਚੋਂ ਜੇ ਤੁਸੀਂ ਇਸੇ ਤਰੀਕੇ ਨਾਲ ਬਿਹਾਰ ਦੇ ਜਾਂ ਈਸਟਰਨ ਯੂਪੀ ਦੇ ਜਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਤੋਂ ਏਡਾ ਵੱਡਾ ਇਸੇ ਕਿਸਮ ਦਾ ਲਗਾਤਾਰ ਕੁਝ ਸੰਘਰਸ਼ ਦੀ ਉਮੀਦ ਕਰੋਗੇ ਤੇ ਸ਼ਾਇਦ ਉਹਨਾਂ ਨੂੰ ਸਸਟੇਨ ਕਰਨਾ ਮੁਸ਼ਕਲ ਹੋਵੇ। ਇੰਨਾ ਵੱਡਾ ਖਰਚਾ, ਹੋਰ ਸਾਰਾ ਸਪਲਾਈ, ਦਾਣਾ, ਇਨਫਰਾਸਟਰਕਚਰ, ਸਾਰਾ ਕੁਝ ਕਰਨਾ ਬੜਾ ਮੁਸ਼ਕਲ ਹੋਵੇ। ਇਹ ਇੱਕ ਰਾਜਨੀਤਿਕ ਜਾਗਰਤੀ ਦਾ ਸਬੂਤ ਤਾਂ ਹੈ ਹੀ ਹੈ। ਨਾਲੋਂ ਨਾਲ ਇਹ ਵੀ ਹੈਗਾ ਕਿ ਜਿਨ੍ਹਾਂ ਕਿਸਾਨੀ ਨੇ ਇੱਕ ਕੋਈ ਕਿਸਮ ਦਾ ਸਟੇਟਸ, ਰੁਤਬਾ ਹਾਸਲ ਕਰ ਲਿਆ ਹੋਵੇ, ਉਹ ਮਾਣਿਆ ਵੀ ਹੋਵੇ, ਤੇ ਉਦੋਂ ਬਾਅਦ ਜੇ ਤੁਸੀਂ ਦੇਖਦੇ ਕਿ ਉਹਨਾਂ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾਏ, ਉਹ ਥੱਲੇ ਨਹੀਂ ਜਾਣਗੇ, ਉਹ ਗਾਂਹ ਤੇ ਜਾ ਸਕਦੇ। ਉਹ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਯੂਰਪ 'ਚ ਤੇ ਜਾ ਸਕਦੇ ਆ। ਪਰ ਜੇ ਤੁਸੀਂ ਕਹੋ ਕਿ ਹੁਣ ਉਹਨਾਂ ਨੂੰ ਤੁਸੀਂ ਝੁੱਗੀ ਝੌਂਪੜੀ, ਜਿਹੜੀ ਸ਼ਹਿਰੀ ਝੁੱਗੀ ਝੌਂਪੜੀ, ਉਹਦੇ 'ਚ ਕਰ ਦੋਗੇ, ਜਿਵੇਂ ਕਿ ਤੁਸੀਂ ਯੂਪੀ ਤੋਂ, ਬਿਹਾਰ ਤੋਂ ਬਹੁਤ ਸਾਰੀ ਲੇਬਰ ਆ, ਚੰਡੀਗੜ੍ਹ ਦੇ ਚਾਰੇ ਪਾਸੇ ਦੇਖ ਲਓ, ਆ ਕੇ ਝੁੱਗੀ ਝੌਂਪੜੀ 'ਚ ਬੈਠੇ ਆ, ਗਰੀਬ ਆ, ਜੀਣ ਮਰਨ ਦਾ ਕੋਈ ਬਹੁਤਾ ਫਰਕ ਹੈ ਨਹੀਂ। ਉੱਥੇ ਹੀ ਕੁੱਤੇ ਆ, ਉੱਥੇ ਹੀ ਸੂਰ, ਉੱਥੇ ਹੀ ਹੋਰ ਗਧੇ ਘੋੜੇ ਸਾਰੇ ਇਕੱਠੇ, ਬੱਕਰੀਆਂ ਤੇ ਮੁਰਗੀਆਂ ਇੱਕੋ ਜਗ੍ਹਾ, ਉੱਥੇ ਮਤਲਬ ਸਾਰਾ ਕੁਝ ਵਾਹਵਾ ਰੌਣਕ ਮੇਲਾ ਰਹਿੰਦਾ। ਪਰ ਉਹ ਜੀਵਨ ਜਿਹੜਾ ਜੋ ਉਸ ਮਾਹੌਲ ਦੇ ਵਿੱਚ ਬੱਚੇ ਪੈਦਾ ਹੁੰਦੇ ਆ, ਜੋ ਵੱਡੇ ਹੁੰਦੇ ਆ, ਉਹਨਾਂ ਦਾ ਬਿਲਕੁਲ ਹੀ ਇੱਕ ਅਲੱਗ ਸੰਸਾਰ ਹੈਗਾ। ਇਸ ਕਿਸਮ ਦੇ ਸੰਸਾਰ ਦੇ ਵਿੱਚ ਉਹਨਾਂ ਨੂੰ ਧੱਕਣਾ ਕਿਸੇ ਵੇਲੇ, ਦੇਖੋ ਤੁਸੀਂ ਜੇ ਥੋੜ੍ਹਾ ਜਿਹਾ ਦੇਖੋ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਜਦੋਂ ਇਨਕਲੋਜ਼ਰ ਮੂਵਮੈਂਟ ਇੰਗਲੈਂਡ ਦੇ ਵਿੱਚ ਚੱਲੀ, ਉਦੋਂ ਇੰਡਸਟਰੀਅਲ ਰੈਵੋਲਿਊਸ਼ਨ ਦੇ ਨਾਲ ਨਾਲ ਜਦੋਂ ਲੇਬਰ ਦੀ ਲੋੜ ਪਈ ਵੱਡੇ ਪੱਧਰ ਤੇ, ਬਹੁਤ ਵੱਡੀ ਗਿਣਤੀ ਦੇ ਵਿੱਚ ਪਟ ਕੇ ਲੋਕ, ਕਿਸਾਨ ਲੰਡਨ ਦੇ ਵਿੱਚ ਧੱਕ ਦਿੱਤੇ ਸੀ। ਉਹ ਵਿਚਾਰੇ ਨਾਅਰੇ ਮਾਰਦੇ ਸੀ, ਇਸੇ ਤਰੀਕੇ ਨਾਲ ਰੌਲੇ ਰੱਪੇ ਪੈਂਦੇ ਸੀ। ਪਰ ਉਹਨਾਂ ਦੇਸ਼ਾਂ ਨੇ ਇੱਕ ਕੀਤਾ ਕਿ ਦੂਜੇ ਦੇਸ਼ਾਂ ਤੋਂ ਲੁੱਟ ਕੇ ਬਹੁਤ ਸਾਰਾ ਪੈਸਾ ਆਪਣੇ ਦੇਸ਼ਾਂ 'ਚ ਲੈ ਕੇ ਗਏ, ਭਾਵੇਂ ਉਹ ਫਰਾਂਸ ਆ, ਤੁਸੀਂ ਪੁਰਤਗਾਲ ਸਮਝ ਲਓ, ਹੋਰ ਸਾਰੇ ਕੰਟਰੀ, ਸਪੇਨ ਸੀਗਾ, ਇੰਗਲੈਂਡ ਤੇ ਆਫਕੋਰਸ ਜਾਣੀ ਸਭ ਤੋਂ ਵੱਡਾ ਸੀਗਾ ਇਹਨਾਂ ਕੰਮਾਂ ਦੇ ਵਿੱਚ। ਇਹ ਸਾਰੇ ਡੱਚ ਵੀ ਸੀਗੇ, ਇਹ ਸਾਰੇ ਕੰਟਰੀ ਇਹਨਾਂ ਨੇ ਬਾਹਰ ਵੱਲ ਨੂੰ ਫੈਲਾ ਕੀਤਾ, ਪੈਸਾ ਲਿਆਂਦਾ ਤੇ ਆਪਣੇ ਲੋਕਾਂ ਨੂੰ ਉਹਦੇ ਵਿੱਚ ਉਸ ਪੈਸੇ ਦੇ ਨਾਲ ਸੈੱਟ ਕੀਤਾ, ਸ਼ਹਿਰੀਕਰਨ ਹੋਇਆ, ਪਿੰਡਾਂ ਤੇ ਦਬਾਅ ਘਟ ਗਿਆ। ਸਾਡੇ ਇਹੋ ਜਿਹੇ ਹਾਲਾਤ ਹੈ ਨਹੀਂ, ਅਸੀਂ ਕਿੱਥੇ ਲੈ ਜਾਈਏ? ਸ਼ਹਿਰ 'ਚ ਪਹਿਲਾਂ ਹੀ ਗਰੀਬ ਸੂਬਿਆਂ ਤੋਂ ਵੱਡੀ ਪੱਧਰ ਦੇ ਉੱਤੇ ਝੁੱਗੀ ਝੌਂਪੜੀ 'ਚ ਲੋਕ ਬੈਠੇ ਆ, ਤੇ ਇਹ ਕਿਸਾਨ, ਇਹਨਾਂ ਲਈ ਕੋਈ ਰਸਤਾ ਬਚਦਾ ਨਹੀਂ। ਜਦੋਂ ਵਿਕਾਸ ਚਾਹੁੰਦੇ ਆ, ਅੱਗੇ ਵਧਣਾ ਚਾਹੁੰਦੇ ਆ, ਆਪਣੇ ਸਾਧਨਾਂ ਨੂੰ ਜਾਂ ਆਪਣੇ ਇੱਕ ਰਾਜਨੀਤਿਕ ਵੀ ਕਹੋ, ਪਰ ਉਹਦੇ ਨਾਲੋਂ ਜ਼ਿਆਦਾ ਸਮਾਜਿਕ ਤੇ ਆਰਥਿਕ ਰੁਤਬੇ ਨੂੰ ਹੋਰ ਅੱਗੇ ਥੋੜ੍ਹਾ ਜਿਹਾ ਉੱਪਰ ਉਠਾਉਣਾ ਚਾਹੁੰਦੇ ਆ, ਤਾਂ ਇਹਨਾਂ ਲਈ ਵੱਡੀਆਂ ਰੁਕਾਵਟਾਂ ਇਹ ਸਰਕਾਰਾਂ, ਸਰਕਾਰੀ ਕਾਨੂੰਨ, ਸਰਕਾਰ ਦੇ ਜਿਹੜੇ ਸਾਰੇ ਰਵੱਈਏ ਦੇ ਵਿੱਚ ਜੋ ਉਹਨਾਂ ਦੇ ਵਿਰੋਧ ਵਿੱਚ ਆ ਕੇ ਬਾਰ-ਬਾਰ ਖੜੇ ਹੋਣਾ, ਉਹ ਲਿਖਿਆ ਦਿਖਦਾ ਆ। ਤਾਂ ਇਹ ਫਿਰ ਕੀ ਕਰਨ? ਇਹ ਤੇ ਫਿਰ ਜਿਸ ਤਰੀਕੇ ਨਾਲ ਦਿੱਲੀ ਨੂੰ ਘੇਰਿਆ, ਹੁਣ ਚੰਡੀਗੜ੍ਹ ਨੂੰ ਘੇਰਨ ਦਾ ਬਿਗਲ ਵਜਾਤਾ ਉਹਨਾਂ ਨੇ ਕਿ ਜੇ ਸਾਡੀ ਸੁਣੋਗੇ ਤਾਂ ਠੀਕ ਹੈ, ਨਹੀਂ ਤੇ ਫਿਰ ਅਸੀਂ ਵੱਡੇ ਪੱਧਰ ਤੇ, ਜਿਵੇਂ ਦਿੱਲੀ ਨੂੰ 3 ਪਾਸਿਓਂ ਘੇਰਿਆ ਸੀ, ਇੱਥੇ ਹੋ ਸਕਦਾ ਹੈ ਇੱਥੇ ਵੀ 4 ਪਾਸੇ 5 ਪਾਸੇ ਜੇ ਘੇਰ ਲੈਣਗੇ ਤੇ ਚੰਡੀਗੜ੍ਹ ਘਿਰ ਸਕਦਾ। ਇਸ ਗੱਲ ਦਾ ਥ੍ਰੈਟ ਇਹ ਕੋਈ ਕਹਿਣ 'ਚ ਸੁਣਨ 'ਚ ਆਇਆ, ਵੈਸੇ ਗਿਣੀਆਂ ਤੇ ਨਹੀਂ ਵੀ 23 ਯੂਨੀਅਨਾਂ ਵੱਲੋਂ ਜਿਹੜਾ SKM ਦਾ ਇੱਕ ਧੜਾ ਹੈ, ਕੁਝ ਯੂਨੀਅਨਾਂ ਅਜੇ ਤੋਂ ਬਾਹਰ ਆ, ਰਾਜੇਵਾਲ ਹੋਣਾ ਦੀਆਂ ਯੂਨੀਅਨਾਂ ਬਾਹਰ ਹੈਗੀਆਂ, ਜਿਹੜੀਆਂ ਦੂਸਰੀਆਂ ਕੁਝ ਯੂਨੀਅਨਾਂ ਵੀ ਸੀਗੀਆਂ, ਦੁਕਾਨਦਾਰ ਜਾਂ ਹੋਰ 16 ਯੂਨੀਅਨਾਂ ਜਿਹੜੀਆਂ ਅਲੱਗ ਕਿਸੇ ਵੇਲੇ ਰਾਜੇਵਾਲ ਦੇ ਧੜੇ 'ਚ ਸੀ, ਉਹ ਵੀ ਸ਼ਾਇਦ ਅਜੇ ਇਹਨਾਂ ਦੇ ਨਾਲ ਸ਼ਾਮਲ ਨਹੀਂ ਹੈ। ਇਹ ਇੱਕ
SKM ਜਿਹੜਾ ਉਹ ਇਹਦੇ 'ਚ ਡਟਿਆ ਹੋਇਆ ਆ। ਉਹ 'ਚ ਫੂਲ ਹੁਣੀ, ਹੋਰ ਕਾਫੀ ਨਾਂ, ਲੱਖੋਵਾਲ, ਉਹ ਸਾਰੇ ਬਿਆਨ ਮੀਡੀਆ ਦੇ ਵਿੱਚ ਆ ਰਹੇ ਆ। ਇਸ ਦਾ ਨਤੀਜਾ ਜੇ ਤੁਸੀਂ ਇਹ ਉਮੀਦ ਕਰੋ ਕਿ ਉਸ ਤਰੀਕੇ ਨਾਲ ਨਿਕਲੂਗਾ ਸੁਖਵਿੰਦਰ ਜੋ ਦਿੱਲੀ ਦੇ ਵਿੱਚ ਸੀ, ਮੈਨੂੰ ਇਹ ਫਾਰ-ਫੈਚ ਲੱਗਦੀ ਹੈ, ਥੋੜੀ ਜਿਹੀ ਮੁਸ਼ਕਲ ਲੱਗਦੀ। ਕਾਰਨ ਇਹ ਹੈ ਕਿ ਓਡੇ ਵੱਡੇ ਪੱਧਰ ਤੇ ਏਕਾ ਹੈ ਹੀ ਨਹੀਂ, ਅਗਰਾਹਾਂ ਨਹੀਂ ਹੈ, ਹੋਰ ਕਈ ਨਹੀਂ ਹੈ, ਕਿਰਤੀ ਕਿਸਾਨ ਯੂਨੀਅਨ ਨਹੀਂ ਹੈ, ਉਹ ਕਹਿੰਦੇ ਅਸੀਂ ਅਲੱਗ ਹੈ, ਰਾਜੇਵਾਲ ਹੁਣੀ ਅਲੱਗ ਹੈ, ਹੋਰ ਕਈ ਯੂਨੀਅਨਾਂ ਅਲੱਗ ਹੈਗੀਆਂ। ਇਸ ਲਈ ਉਸ ਵੱਡੇ ਰਿਜ਼ਲਟ ਉਹ ਨਿਕਲਣੇ ਤੇ ਮੁਸ਼ਕਲ ਹੈ। ਸੋਚਣ ਦੀ ਗੱਲ ਇਹ ਹੈ ਕਿ ਮੈਂ ਜਿਵੇਂ ਇੰਗਲੈਂਡ ਜਾ ਕੇ ਵਾਪਸ ਮੁੜ ਕੇ ਇੰਡੀਆ ਚੋਂ ਪੰਜਾਬ 'ਚ ਆਇਆ, ਉਹਦਾ ਕਾਰਨ ਇਹੀ ਦੱਸਣੀ ਚਾਹੁੰਦਾ ਕਿ ਇਹ ਜਿਹੜੀ ਆਪਸ ਵਿੱਚ ਕਨਫਰੰਟੇਸ਼ਨ ਆ, ਕਦੀ ਦਿੱਲੀ ਜਾ ਕੇ ਹੁੰਦੀ ਆ, ਕਦੀ ਚੰਡੀਗੜ੍ਹ ਹੁੰਦੀ ਆ, ਕਦੀ ਬਠਿੰਡੇ ਹੁੰਦੀ ਆ, ਤੇ ਕਦੀ ਲੁਧਿਆਣੇ ਹੁੰਦੀ ਆ, ਕਦੀ ਮੰਡੀਆਂ 'ਚ ਹੁੰਦੀ ਆ, ਕਦੀ ਸੜਕਾਂ ਤੇ ਹੁੰਦੀ ਆ। ਹੁਣ ਰਾਮਪੁਰਾ ਫੂਲ ਟਰੈਕ ਤੇ ਫਿਰ ਬੈਠ ਗਏ ਆ। ਪਹਿਲਾਂ ਉਹ ਸੜਕਾਂ ਦੇ ਮੁਆਵਜ਼ਾ ਜਿਹੜਾ ਜ਼ਮੀਨ ਸੀ, ਕਿਸੇ ਨੂੰ 70 ਲੱਖ ਦਿੰਦੇ ਸੀ, ਕਿਸੇ ਨੂੰ 17 ਲੱਖ ਦਿੰਦੇ ਸੀ। ਉਹ ਕਹਿੰਦੇ ਵੀ ਸਾਡੀ ਜ਼ਮੀਨ ਵੀ ਉਹੀ ਆ, ਨਾਲੋਂ ਨਾਲ ਹੀ ਇੱਕ ਨੂੰ 70 ਦੇ ਦਿੱਤਾ, ਇੱਕ ਨੂੰ ਪਰ ਏਕੜ ਦਾ ਮੁਆਵਜ਼ਾ, ਇੱਕ ਨੂੰ 17 ਲੱਖ ਦੇਤਾ। 17 ਲੱਖ ਵਾਲਾ ਤੇ ਪਿੱਟੂਗਾ ਹੀ ਵੀ ਮੇਰੀ ਜ਼ਮੀਨ 'ਚ ਕੀ ਕਮੀ ਆ, ਉਹਦੇ 'ਚ ਕਿਤੇ ਸੋਨਾ ਉੱਗਦਾ, ਉਹਦੇ 'ਚ ਵੀ ਫਸਲਾਂ ਉੱਗਦੀਆਂ, ਸਾਡੇ 'ਚ ਵੀ ਫਸਲਾਂ ਉੱਗਦੀਆਂ, ਫਸਲਾਂ ਵੀ ਬਰਾਬਰ ਹੁੰਦੀਆਂ। ਇਹ ਹੁਣ ਰੌਲੇ ਤਾਂਹੀਏ ਪੈਂਦੇ ਆ ਕਿਉਂਕਿ ਪ੍ਰੈਸ਼ਰ ਪੰਜਾਬ ਦੇ ਰੂਰਲ ਪਾਪੂਲੇਸ਼ਨ ਤੇ ਪਿੰਡਾਂ ਦੇ ਉੱਤੇ ਹੈ ਕਿ ਉਹਨਾਂ ਨੂੰ ਦਬਾਅ, ਜਾਣੀ ਖੇਤੀ ਨੂੰ ਇੰਨਾ ਘਾਟੇ ਬੰਦਾ ਸੌਦਾ ਬਣਾ ਦਿੱਤਾ ਕਿ ਦਬਾਅ ਇਹ ਹੈ ਕਿ ਤੁਸੀਂ ਛੱਡ ਦਿਓ, ਭੱਜ ਲਓ। ਉਹ ਕਹਿੰਦੇ ਵਿੱਚ ਭੱਜ ਤੇ ਲਈਏ, ਛੱਡ ਵੀ ਲਈਏ, ਜਾਈਏ ਕਿੱਥੇ? ਚੰਡੀਗੜ੍ਹ 'ਚ ਤੇ ਜਗ੍ਹਾ ਸਾਨੂੰ ਕੋਈ ਰੱਖਣ ਲਈ ਤਿਆਰ ਨਹੀਂ, ਬੰਬੇ ਦਿੱਲੀ ਦੇ ਵਿੱਚ ਕੋਈ ਰੱਖਣ ਲਈ ਤਿਆਰ ਨਹੀਂ, ਵੱਡੇ ਸ਼ਹਿਰ ਤੇ ਵੈਸੇ ਹੀ ਰਹਿਣ ਦੇ ਕਾਬਲ ਨਹੀਂ। ਜਿਹੜੇ 4 ਸਾਹ ਔਖੇ ਹੋ ਕੇ ਵੀ ਪਿੰਡਾਂ 'ਚ ਕੱਟਣੇ ਆ, ਉਹ ਦਿੱਲੀ ਨਾਲੋਂ ਫਿਰ ਵੀ ਕਈ ਗੁਣਾ ਸੌਖੇ ਹੈਗੇ। ਇਹ ਹਾਲਤ ਜਾਣੀ ਤੁਸੀਂ ਕਹਿ ਲਓ ਪੋਲਿਊਸ਼ਨ ਦੀ ਜਾਂ ਵਾਤਾਵਰਨ ਦਾ ਜਿੰਨਾ ਪ੍ਰਦੂਸ਼ਣ ਫੈਲਿਆ ਹੋਇਆ, ਸਾਹ ਦਾ, ਪਾਣੀ ਦਾ, ਹੋਰ ਦਾ, ਬੜੀਆਂ ਤਕਲੀਫਾਂ। ਉਹ ਕਹਿੰਦੇ ਅਸੀਂ ਨਹੀਂ, ਅਸੀਂ ਤਾਂ ਬਾਹਰ ਵਿਦੇਸ਼ਾਂ 'ਚ ਭੱਜ ਲਾਂਗੇ। ਤਾਂ ਹੀ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਉਹ ਆਪਣਾ ਜਦੋਂ ਵੇਖ ਇੱਥੇ ਨਹੀਂ ਦੇਖਦੇ ਕਿਤੇ, ਤੇ ਜਾਂ ਦਬਾਅ ਜਿਹੜਾ ਬਰਦਾਸ਼ਤ ਨਹੀਂ ਕਰ ਸਕਦੇ, ਉਹ ਕਹਿੰਦੇ ਇੱਥੋਂ ਨਿਕਲ ਕੇ ਭੱਜ ਲਓ, ਤਾਂ ਹੀ ਸਾਡਾ ਬਚਾਅ ਆ। ਕਿਉਂਕਿ ਜੋ ਹਾਲਾਤ ਕਿਸਾਨੀ ਦੇ ਬਣਾਏ ਜਾ ਰਹੇ, ਲਗਾਤਾਰ ਖੇਤੀ ਨੂੰ ਘਾਟੇ ਬੰਦਾ ਲਗਾਤਾਰ ਬਣਾ ਕੇ ਰੱਖਿਆ ਜਾ ਰਿਹਾ, ਉਹ ਸਾਨੂੰ ਮਨਜ਼ੂਰ ਨਹੀਂ ਆ। ਉਹ ਬਾਗੀ ਆ, ਉਹ ਬਗਾਵਤ ਕਰਕੇ ਇੱਥੋਂ ਭੱਜਦੇ ਆ। ਇਹੀ ਬਗਾਵਤ ਦੀਆਂ ਸੁਰਾਂ ਕਦੀ ਸੜਕਾਂ ਤੇ ਆ, ਕਦੀ ਕਿਤੇ ਆ, ਕਦੀ ਟੈਂਕੀਆਂ ਤੇ ਚੜ੍ਹਦੇ, ਕਦੀ ਕੁਛ, ਕਦੀ ਰੇਲ ਰੋਕਦੇ ਆ। ਹੁਣ ਫਿਰ ਜਿਸ ਤਰ੍ਹਾਂ ਰੇਲ ਰੋਕਣ ਦਾ ਰਾਮਪੁਰਾ ਫੂਲ 'ਚ ਗੱਲ ਆਈ ਹੈ, ਇਹ ਸਾਰੀਆਂ ਉਸੇ ਗੱਲ ਦੀਆਂ ਨਿਸ਼ਾਨੀਆਂ। ਇਹ ਛੇਤੀ ਠੰਡ ਠੰਡੌਲਾ ਹੋਣ ਵਾਲਾ ਨਹੀਂ। ਕਿਸਾਨ ਪੰਜਾਬ ਦੇ ਜਾਂ ਦੇਸ਼ ਦੇ ਕਿਸਾਨ ਇੱਕ ਇਤਿਹਾਸਕ ਲੜਾਈ ਦੇ ਵਿੱਚ ਹੈ, ਜਿਹੜੀ ਇਤਿਹਾਸ ਨੇ ਇਹਨਾਂ ਦੇ ਉੱਤੇ ਠੋਸ ਦਿੱਤੀ ਹੈ। ਇਤਿਹਾਸ ਕੀ ਕਹਿੰਦਾ, ਜਾਂ ਜਿਹੜੇ ਨਿਓ ਕਲਾਸੀਕਲ ਅਰਥ ਸ਼ਾਸਤਰੀ ਆ ਉਹ ਕੀ ਕਹਿੰਦੇ ਆ, ਨਵਆਧਾਰਵਾਦੀ, ਉਹ ਇਹ ਕਹਿੰਦੇ ਆ ਕਿ ਤੁਸੀਂ ਛੱਡ ਦਿਓ ਪਿੰਡਾਂ ਨੂੰ। ਪਰ ਸੁਖਵਿੰਦਰ ਨਹੀਂ ਇਹ ਕਿਤੇ ਲੋਕ ਜਾਣਗੇ, ਕਿਉਂਕਿ ਜਾਣ ਲਈ ਕੋਈ ਰਸਤਾ ਨਹੀਂ ਹੈਗਾ। ਉਹ ਜਿਹੜਾ ਪਿਛਲੇ 200 ਸਾਲ ਪੁਰਾਣਾ ਰਸਤਾ ਯੂਰਪ ਦੇ ਵਿੱਚ, ਅਮਰੀਕਾ 'ਚ ਜਾਂ ਹੋਰ ਵਿਕਸਿਤ ਦੇਸ਼ਾਂ ਦੇ ਵਿੱਚ ਸੀਗਾ, ਉਹ ਸਾਡੇ ਦੇਸ਼ ਦੇ ਵਿੱਚ ਰਸਤਾ ਬਚਿਆ ਨਹੀਂ ਹੈ। ਸਾਡੇ 'ਚ ਬਹੁਤ ਜਨਸੰਖਿਆ ਭਾਰੀ ਹੈਗੀ ਹੈ। ਇਸ ਕਰਕੇ ਇਹ ਲੜਾਈ ਜਿਹੜੀ ਹੈ, ਇਹ ਲੰਬੇ ਦੌਰ ਦੀ ਲੜਾਈ ਹੋਊਗੀ, ਇਤਿਹਾਸਿਕ ਆ। ਤੇ ਕਿਸਾਨੀ ਆਉਣ ਵਾਲੇ ਸਮੇਂ ਦੇ ਵਿੱਚ ਕਮਰ ਕੱਸ ਕੇ ਇਸੇ ਤਰੀਕੇ ਦੇ ਨਾਲ ਸਰਕਾਰ ਕੋਈ ਵੀ ਹੋਵੇ, ਸੈਂਟਰ ਦੀ ਹੋਵੇ ਜਾਂ ਸੂਬੇ ਦੀ ਹੋਵੇ, ਉਹਦੇ ਵਿਰੁੱਧ ਲੜਦੀ ਤੁਹਾਨੂੰ ਦਿਖਾਈ ਦਊ। ਜੀ ਪ੍ਰੋਫੈਸਰ ਸਾਹਿਬ, ਇੱਥੇ ਸਵਾਲ ਉੱਠਦਾ ਲੋਕਾਂ ਦੇ ਮਨਾਂ 'ਚ ਹੋਣਾ ਕਿ ਕਿਸਾਨ ਹੀ ਨੇ ਜਿਹੜੇ ਆਪਣੇ ਡੰਡੇ ਝੰਡੇ ਚੱਕ ਕੇ ਹਰ ਰੋਜ਼ ਸੜਕਾਂ ਤੇ ਹੁੰਦੇ ਨੇ। ਪਹਿਲਾਂ ਕੇਂਦਰ ਨਾਲ ਮੱਥਾ ਲੱਗਿਆ ਰਿਹਾ, ਹੁਣ ਪੰਜਾਬ ਸਰਕਾਰ ਨਾਲ ਹੈ। ਆਖਰਕਾਰ ਜਿਹੜੀਆਂ ਮੰਗਾਂ ਕਿਸਾਨ ਰੱਖਦੇ ਨੇ, ਉਹਨਾਂ ਦੇ ਵਿੱਚ ਕਿੰਨੀਆਂ ਕੁ ਮੰਗਾਂ ਜਾਇਜ਼ ਨੇ, ਜਿਹੜੀਆਂ ਮਤਲਬ ਕਿ ਫੌਰੀ ਤੌਰ ਤੇ, ਜਿਵੇਂ ਕਿਸਾਨ ਕਹਿੰਦੇ ਨੇ, ਸਰਕਾਰ ਕਹਿੰਦੀ ਕਿ ਸਾਨੂੰ ਸਮਾਂ ਦਿਓ, ਕਿਸਾਨ ਕਹਿੰਦੇ ਕਿ ਹੁਣ ਤਾਂ ਸਮਾਂ ਹੈ ਨਹੀਂ ਤਾਂ ਕਿਸਾਨ ਕੁਦਰਤ ਦੇ ਰਾਹ ਤੇ ਤੁਰੇ ਹੋਏ ਨੇ। ਦੇਖੋ, ਜਿਹੜਾ ਸਵਾਮੀਨਾਥਨ ਕਮਿਸ਼ਨ ਸੀਗਾ, ਉਹ ਕਿਸਾਨਾਂ ਨੇ ਤੇ ਬਣਾਇਆ ਨਹੀਂ ਸੀ। ਉਹਨੂੰ ਬਣਾਇਆ ਸੀਗਾ ਮਨਮੋਹਨ ਸਿੰਘ ਦੀ ਸਰਕਾਰ ਨੇ, ਤੇ 2006 ਤੱਕ ਉਹਨਾਂ ਨੇ ਆਪਣੀਆਂ ਰਿਪੋਰਟਾਂ ਸਬਮਿਟ ਕਰਤੀਆਂ ਸੀ। ਔਰ ਉਸ ਰਿਪੋਰਟ ਬਾਰੇ ਜਦੋਂ ਨਹੀਂ ਲਾਗੂ ਕੀਤੀ, ਤੇ ਮੋਦੀ ਜੀ ਨੇ ਵਾਅਦਾ ਕਰਕੇ ਤੇ ਖੁਦ ਪਾਵਰ 'ਚ ਆਏ ਸੀ ਵੀ ਅਸੀਂ ਉਸ ਨੂੰ ਲਾਗੂ ਕਰਾਂਗੇ। ਬਾਅਦ ਵਿੱਚ ਐਫੀਡੈਵਿਟ ਦੇ ਦਿੱਤਾ ਸੁਪਰੀਮ ਕੋਰਟ 'ਚ, ਤੇ ਅਸੀਂ ਇਹਨੂੰ ਲਾਗੂ ਨਹੀਂ ਕਰ ਸਕਦੇ। ਹੁਣ ਉਹ ਫਿਰ ਕਹਿੰਦੇ ਆ ਕਿ 2022 ਤੱਕ ਅਸੀਂ ਆਮਦਨ ਕਿਸਾਨਾਂ ਦੀ ਦੁੱਗਣੀ ਕਰ ਦਾਂਗੇ। ਦੁੱਗਣੀ ਇਸ ਤਰ੍ਹਾਂ ਕਰ ਦਾਂਗੇ ਵੀ ਜੇ ਪਹਿਲਾਂ ਹੀ ਉਹਨੂੰ ਸ਼ੁਰੂ ਹੀ ਜੇ ਕਿਸਾਨ ਕਹਿੰਦੇ ਆ ਕਿ ਸਾਡੀ ਜਿਹੜਾ ਖਰਚਾ ਆ 10 ਰੁਪਏ, ਤੇ ਸਾਡੀ ਜਿਹੜੀ ਦੁੱਗਣੀ ਤਾਂ ਹੁੰਦੀ ਹੈ ਜੇ 10 ਦੇ ਸਾਨੂੰ 20 ਵੰਡ ਦੇ,
ਤਾਂ ਹੀ ਦੁੱਗਣੀ ਹੋਊਗੀ। ਜਿਹੜੀ ਹੁਣ ਆਮਦਨ ਹੈ ਸਾਡੀ ਖਰਚੇ ਤੋਂ ਬਾਅਦ, ਜੇ ਮੰਨ ਲਓ ਸਾਡੀ 5 ਰੁਪਏ ਬਣਦੀ ਆ, 15 ਜਾਂ 30 ਜਿੰਨੀ ਵੀ ਬਣਦੀ ਆ, ਇਹ ਕੀ ਕਰਦੇ ਆ ਕਿ ਉਹਦੀ ਸ਼ੁਰੂਆਤ ਹੀ ਖਰਚੇ ਦੀ, ਕਹਿੰਦੇ ਇਹਨਾਂ ਦਾ ਖਰਚਾ ਹੀ 5 ਰੁਪਏ ਆ। ਜੇ ਖਰਚਾ 5 ਰੁਪਏ ਹੈ ਤੇ ਉਹਦੇ ਤੇ ਜੇ ਦੁੱਗਣੀ ਕਰਨੀ ਹੈ ਤੇ 10 ਰੁਪਏ ਹੋ ਜੂ। ਇਸ ਲਈ ਇਸ ਕਿਸਮ ਦਾ ਇਹ ਸ਼ੁਰੂਆਤੀ ਜਿਹੜਾ ਬੇਸ ਹੈਗਾ ਉਸ ਨੂੰ ਹੀ ਫੜ ਲੈਂਦੇ ਆ ਕਿ ਨਾ ਜੀ ਇੰਨਾ। ਉਹ ਫਿਰ ਕਿਸਾਨ ਲਗਾਤਾਰ ਰੌਲਾ ਪਾਉਂਦੇ ਆ। ਸਵਾਮੀਨਾਥਨ ਦੀ ਰਿਪੋਰਟ ਕਦੀ ਵੀ ਉਸ ਰੂਪ ਚ ਲਾਗੂ ਹੋਣੀ ਨਹੀਂ। ਉਹ ਕਈ ਵੋਲੀਅਮ ਦੀ ਰਿਪੋਰਟ ਆ, ਹਾਲਾਂਕਿ ਬਹੁਤੀ ਚਰਚਾ ਉਹਦੀ ਭਾਅ ਦੇ ਉੱਤੇ ਹੀ ਹੁੰਦੀ ਆ। ਉਹਦੇ ਚ ਕਈ ਕੁਛ ਆ, ਪੰਚਾਇਤਾਂ ਬਾਰੇ ਲਿਖਿਆ, ਉਹਦੇ ਚ ਲੈਂਡ ਰਿਫਾਰਮ ਬਾਰੇ ਲਿਖਿਆ, ਜਿਹੜਾ ਜ਼ਮੀਨੀ ਸੁਧਾਰ, ਕਈ ਕੁਛ ਉਹਨਾਂ ਦੇ ਕਿ ਵੱਡੇ ਵੱਡੇ ਲੈਂਡਲੌਰਡ ਖਤਮ ਹੋਣੇ ਚਾਹੀਦੇ, ਉਹ ਵੀ ਕੁਛ ਲਿਖਿਆ ਹੋਇਆ। ਇਹ ਸਾਰਾ ਕੁਝ ਕਦੀ ਲਾਗੂ ਹੋਣ ਵਾਲਾ ਮੈਨੂੰ ਦਿਖਦਾ ਨਹੀਂ। ਤੇ ਜੇ ਇਹ ਲਾਗੂ ਨਹੀਂ ਹੁੰਦਾ, ਕਿਸਾਨੀ ਨੂੰ ਕੋਈ ਬਚਾ ਨਹੀਂ ਸਕਦਾ। ਕਿਸਾਨੀ ਤੇ ਦਬਾਅ ਵਧੂਗਾ, ਜਿਹੜੇ ਤਕੜੇ ਹੋਣਗੇ ਉਹ ਲੜਨਗੇ। ਹੁਣ ਤੁਸੀਂ ਕਹਿੰਦੇ ਆ ਕਿ ਮੁੱਦੇ ਹੈ ਕੀ? ਮੰਨ ਲਓ ਸਭ ਤੋਂ ਵੱਡਾ ਮੁੱਦਾ ਇਹ ਹੈਗਾ ਕਿ ਕਿਸਾਨੀ ਨੂੰ ਉਹਦਾ ਲਾਹੇਵੰਦ ਭਾਅ ਨਹੀਂ ਮਿਲਦਾ, ਉਹਨਾਂ ਦਾ ਖਰਚਾ ਵਧੀ ਜਾ ਰਿਹਾ। ਹੁਣ ਇਹ ਤੁਹਾਡੇ ਸਾਹਮਣੇ ਹੀ ਆ, ਡੀਜ਼ਲ ਦਾ ਕਿੰਨਾ ਰੇਟ ਵੱਧ ਗਿਆ, ਹਰ ਚੀਜ਼ ਦਾ। ਕਿੰਨੀਆਂ ਵਸਤੂਆਂ ਇਹੋ ਜਿਹੀਆਂ ਸੀ ਜਿਨ੍ਹਾਂ ਦਾ 5% GST ਸੀ, ਵਧਾ ਕੇ 12 ਕੇ 16% ਕਰ ਦਿੱਤਾ ਹੁਣੇ ਪਿਛਲੇ ਕਈ ਆਈਟਮਸ ਦਾ। ਉਹ ਚ ਐਗਰੀਕਲਚਰ ਦੀਆਂ ਵੀ ਕਈ ਆਈਟਮਸ ਹੈਗੀਆਂ। ਪਹਿਲਾਂ ਟਰੈਕਟਰ ਤੇ ਮਸ਼ੀਨਰੀ ਤੇ ਵੀ ਕਾਫੀ ਵੱਡੀ GST ਸ਼ਾਇਦ 28% ਤੱਕ ਲਾਤੀ ਸੀ, ਫਿਰ ਰੌਲਾ ਪੈਣ ਦੇ ਉੱਤੇ ਘਟਾਈ। ਇਸ ਲਈ ਜਿੰਨੀਆਂ ਵੀ ਨੀਤੀਆਂ ਬਣਦੀਆਂ, ਜੋ ਕਿਸਾਨਾਂ ਨੇ ਚੀਜ਼ਾਂ ਇਸਤੇਮਾਲ ਕਰਨੀਆਂ, ਉਹਨਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ। ਜੋ ਉਹਨਾਂ ਨੇ ਵੇਚਣੀਆਂ, ਉਹਦੀਆਂ ਕੀਮਤਾਂ ਜੂੰ ਦੀ ਤੋਰੇ ਜਾਨੀ ਕਛੂਏ ਚਾਲਣਾ। ਤੇ ਜਿਹੜੀਆਂ ਖਰੀਦਣ ਵਾਲੀਆਂ ਆ, ਜਿਹੜੀਆਂ ਮਹਿੰਗਾਈ ਵਧਾਉਂਦੀਆਂ ਆ, ਉਹ ਖਰਗੋਸ਼ ਦੀ ਚਾਲੇ ਤੇਜ਼ੀ ਨਾਲ ਵਧ ਰਹੀਆਂ। ਇਸ ਗੈਪ ਨੂੰ ਤੁਸੀਂ ਕਿਵੇਂ ਭਰੋਗੇ? ਉਹਦੇ ਲਈ ਸਰਕਾਰਾਂ ਸੀਰੀਅਸ ਨਹੀਂ। ਉਹ ਇਸੇ ਕਰਕੇ 80-90 ਹਜ਼ਾਰ ਕਰੋੜ ਰੁਪਇਆ ਹੋਰ ਖਰਚਾ, ਕਰਜ਼ਾ ਕਿਵੇਂ ਬਣ ਗਿਆ? ਇਹਨਾਂ ਗੱਲਾਂ ਕਰਕੇ ਬਣ ਗਿਆ। ਹਾਂ, ਉਹ ਜਦੋਂ ਘਾਟਾ ਲਗਾਤਾਰ ਘਾਟੇ ਤੇ ਹੋਰ ਘਾਟਾ, ਹੋਰ ਘਾਟਾ, ਹੁਣ ਉਹ ਇੰਨਾ ਕਰਜ਼ਾ ਬਣਾਤਾ, ਦਬਾਅ ਬਣ ਰਿਹਾ ਕਿ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਭੱਜ ਜਾਓ। ਖਰੀਦਦਾਰ ਬਥੇਰੇ ਆ, ਅਡਾਨੀ ਆ, ਕਦੀ ਕੋਈ ਆ ਜਾਂਦਾ, ਕੋਈ ਸੜਕਾਂ ਦੇ ਨਾਂ ਤੇ, ਕੋਈ ਰੇਲ ਦੇ ਨਾਂ ਤੇ, ਕੋਈ ਗੋਡਾਊਨ ਬਣਾਉਣੇ ਆ, ਕੋਈ ਕੁਛ ਵਿਕਾਸ ਦੇ ਨਾਂ ਤੇ। ਉਹ ਬਥੇਰਾ ਜ਼ਮੀਨ ਦੀ, ਪੰਜਾਬ ਦੀ ਜ਼ਮੀਨ ਤੇ ਬਹੁਤ ਲੋਕਾਂ ਦੀ ਅੱਖ ਹੈਗੀ ਹੈ, ਔਰ ਉਹ ਇਸੇ ਤਰੀਕੇ ਨਾਲ ਦਬਾ ਕੇ ਉਹਨਾਂ ਤੋਂ ਵਿਕਵਾਉਣੀ ਚਾਹੁੰਦੇ ਆ। ਜਿਸ ਕਰਕੇ ਇਹ ਮਸਲੇ ਛੋਟੇ ਛੋਟੇ ਨਹੀਂ ਹੈ ਕਿ ਸਾਨੂੰ ਲਾਹੇਵੰਦ ਭਾਅ ਦੇ ਦਿਓ। ਕਿਉਂ ਦੇ ਦੇਣਗੇ? ਅੱਜ ਦੇ ਵੀ ਦੇਣਗੇ, ਕੱਲ ਨੂੰ ਫੇਰ ਘਾਟਾ ਪੈ ਜਾਊਗਾ। ਉਹ ਭਾਅ ਉਨੀ ਸਪੀਡ ਦੇ ਨਾਲ ਨਹੀਂ ਵਧਾਉਣਗੇ ਜਿੰਨੀ ਸਪੀਡ ਨਾਲ ਜਿਹੜੀਆਂ ਚੀਜ਼ਾਂ, ਭਾਵੇਂ ਕੀਟਨਾਸ਼ਕ ਦਵਾਈਆਂ ਆ, ਰੇ ਆ, ਹੋਰ ਆ, ਬੀਜ ਆ, ਪਾਣੀ ਆ, ਸਾਰਾ ਕੁਝ ਜਿਹੜਾ ਉਹਨੂੰ ਮਹਿੰਗਾ ਕਰੀ ਜਾਣਗੇ। ਬਿਜਲੀ ਦੇ ਰੇਟ ਆ, ਮਹਿੰਗਾ ਕਰੀ ਜਾਣਗੇ। ਇਸ ਕਰਕੇ ਇਹ ਕਦੀ ਵੀ ਘਾਟੇ ਪੂਰੇ ਨਹੀਂ। ਜਿਹੜਾ ਹੁਣ ਰੌਲਾ ਪਿਆ ਹੈ, ਜਿਹੜਾ ਹੁਣ ਮੋਰਚਾ ਲੱਗਾ, ਉਹ ਇਹ ਹੈ ਕਿ ਸਾਨੂੰ ਬਿਜਲੀ ਸਪਲਾਈ ਕਰੋ। ਦੱਸ ਇਹ ਕਿਹੜੀ ਮਾੜੀ ਗੱਲ ਆ ਕਿ ਇੱਕ ਦੇਸ਼ ਜਿਹੜਾ ਉਹ ਆਪਣੀ ਪੂਰੀ ਬਿਜਲੀ ਨਹੀਂ ਕਿਸਾਨਾਂ ਨੂੰ ਦੇ ਸਕਦਾ ਤੇ ਉਹਨਾਂ ਦੀ ਫਸਲ ਤਬਾਹ ਹੋ ਰਹੀ ਆ। ਮੂੰਗੀ ਨੂੰ ਪਾਣੀ ਕਿੱਥੋਂ ਲਾਉਣਾ? ਇਹ ਸਾਰੀਆਂ ਗੱਲਾਂ ਉਹਨਾਂ ਦੀਆਂ ਅੱਜ ਉਹਨਾਂ ਨੇ ਮੰਗਾਂ ਰੱਖੀਆਂ। ਬਾਕੀ MSP ਜਾਂ ਹੋਰ ਗੱਲਾਂ ਤੇ ਛੋਟੀਆਂ ਮੋਟੀਆਂ ਨਾਲੋਂ ਨਾਲ ਚੱਲੀ ਜਾਂਦੀਆਂ। ਬਹੁਤੀਆਂ ਕੋਈ ਵੱਡੀਆਂ ਮੰਗਾਂ ਇਹੋ ਜਿਹੀਆਂ ਨਹੀਂ ਹੈ ਜਿਹੜੀਆਂ ਕਿ ਸਰਕਾਰ, ਪੰਜਾਬ ਦੀ ਸਰਕਾਰ ਪੂਰੀ ਨਹੀਂ ਕਰ ਸਕਦੀ। ਹੁਣ ਪੰਜਾਬ ਦੀ ਸਰਕਾਰ ਪਹਿਲਾਂ ਲਗਾਤਾਰ ਮੰਗ ਕਰਦੀ ਸੀ, ਅਸੀਂ ਵੀ ਕਹਿੰਦੇ ਸੀਗੇ ਕਿ ਐਗਰੀਕਲਚਰ ਸਟੇਟ ਸਬਜੈਕਟ ਹੈ ਜੀ। ਸੈਂਟਰ ਉੱਥੇ ਕੀ ਕਰਦਾ? ਸੈਂਟਰ ਨੇ ਕਿਉਂ ਕਾਨੂੰਨ ਬਣਾਏ? ਤੇ ਸੂਬੇ ਦਾ ਸਬਜੈਕਟ, ਲੈ ਲਓ ਸੂਬੇ ਦਾ ਸਬਜੈਕਟ, ਕਰੋ ਮਸਲੇ ਹੱਲ। ਫਿਰ ਹੁਣ ਸਾਰੇ ਦਾ ਸਾਰਾ ਦਬਾਅ ਤੇ ਕਿਸਾਨੀ ਦਾ ਸੂਬੇ ਦੇ ਹੀ ਪਊ ਨਾ, ਕਿਉਂਕਿ ਸਟੇਟ ਸਬਜੈਕਟ ਆ, ਕਰੋ ਹੱਲ। ਫਿਰ ਉਸ ਲਈ ਇਹ ਸੌਖਾ ਕੰਮ ਨਹੀਂ ਹੈ। ਕਿਸਾਨਾਂ ਨੂੰ ਦਵੱਲੇ ਦਵਾਈ ਜਿਹੜੀ ਲੜਾਈ ਆਪਣੀ ਲੜਨੀ ਪਊਗੀ, ਸੈਂਟਰ ਦੇ ਵਿਰੁੱਧ ਵੀ ਲੜਨੀ ਪਊਗੀ, ਕਿਉਂਕਿ ਕੀਮਤਾਂ ਉੱਥੋਂ ਮਿਲਦੀਆਂ, ਭਾਅ ਉੱਥੋਂ ਤੈਅ ਹੁੰਦੇ, GST ਉੱਥੇ ਜਾਂਦੀ ਹੈ। ਸਟੇਟ ਦੇ ਵਿਰੁੱਧ ਵੀ ਲੜਨੀ ਪਊਗੀ, ਕਿਉਂਕਿ ਸਟੇਟ ਦਾ ਵੀ ਇੱਕ ਪੱਧਰ ਤੇ ਇੱਕ ਹਿੱਸਾ ਹੈਗਾ, ਭਾਵੇਂ ਉਹ ਮੰਡੀ ਕਰਨੇ ਆ ਜਾਂ ਹੋਰ ਕਈ ਕੁਛ, ਸੜਕਾਂ ਬਣਾਉਣੀਆਂ, ਹੋਰ ਕਈ ਕੁਛ ਹੈਗਾ, ਸਬਸਿਡੀਆਂ ਦੇਣੀਆਂ, ਉਹ ਸਾਰਾ ਸਟੇਟ ਦਾ ਕੰਮ ਹੈਗਾ। ਮਗਨ ਜਿਹੜਾ ਮਹਾਤਮਾ ਗਾਂਧੀ ਨਰੇਗਾ ਸਕੀਮ ਹੈਗੀ, ਉਸ ਦਾ ਲਾਹਾ ਕਿਸਾਨਾਂ ਨੂੰ ਦੇਣਾ ਨਹੀਂ ਦੇਣਾ ਇਹ ਸਟੇਟ ਫੈਸਲਾ ਕਰ ਸਕਦੀ। ਕਾਫੀ ਗੱਲਾਂ ਸਟੇਟ ਦੇ ਨਾਲ ਵੀ ਸੰਬੰਧਿਤ ਹੈਗੀਆਂ। ਪਰ ਗੱਲ ਮੈਂ ਇਹੀ ਕਹਿਣੀ ਚਾਹੁੰਦਾ, ਮੰਗਾਂ ਦਾ ਰੂਪ ਕੋਈ ਵੀ ਹੋਵੇ, ਉਹਦਾ ਇਸ ਕਿਸਮ ਦਾ ਵੱਡੇ ਪੱਧਰ ਤੇ ਗੁੱਸੇ ਨਾਲ, ਕਦੀ ਠੰਡ ਠੰਡੌਲੇ ਦੇ ਨਾਲ, ਕਦੀ ਪੈਸਿਵ ਰੈਜ਼ਿਸਟੈਂਸ, ਕਦੀ ਐਕਟਿਵ ਰੈਜ਼ਿਸਟੈਂਸ ਜਿਹਨੂੰ ਕਹਿੰਦੇ ਆ, ਇਹ ਲਗਾਤਾਰ ਪੰਜਾਬ ਤੇ ਨਾਰਥ ਵੈਸਟ ਦੀ ਜਿਹੜੀ ਕਿਸਾਨੀ ਆ, ਭਾਵੇਂ ਪੱਛਮੀ UP ਆ, ਹਰਿਆਣਾ ਆ, ਰਾਜਸਥਾਨ ਆ, ਇਹ ਚੱਲਦੀ ਰਹਿਣੀ ਆ, ਇਹ ਕਦੀ ਰੁਕਣੀ ਨਹੀਂ। ਜਿਸ ਤਰ੍ਹਾਂ ਦੇ ਹਾਲਾਤ ਬਣੇ, ਦਿੱਲੀ ਬਾਰਡਰ ਵਾਂਗੂ ਲੱਗਦਾ। ਕਹਿੰਦੇ ਚੰਡੀਗੜ੍ਹ ਤੇ ਮੋਹਾਲੀ ਦੇ ਬਾਰਡਰ ਦੇ ਉੱਤੇ
ਬੈਰੀਕੇਡ ਲੱਗੇ ਨੇ ਤੇ ਉਧਰਲੇ ਪਾਸੇ ਜਿਵੇਂ ਦੇ ਪੰਜਾਬ ਦੇ ਹਾਲਾਤ ਬਣੇ ਨੇ ਕਿ ਘਟਨਾਵਾਂ ਵਾਪਰਦੀਆਂ, ਨਸ਼ਾ ਆ ਰਿਹਾ, ਜਾਂ ਉਧਰ ਮੋਹਾਲੀ ਦੇ ਵਿੱਚ ਜਿਹੜਾ ਅਟੈਕ ਹੋ ਗਿਆ ਸੀ ਉਹਨੂੰ ਲੈ ਕੇ ਵੀ ਜਿਹੜੇ ਪੰਜਾਬ ਦੇ ਡੀਜੀਪੀ ਸਾਹਿਬ ਨੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਥੇ ਕੰਪਨੀਆਂ ਲਾ ਦਿਓ, ਨੀਮ ਫੌਜੀ ਬਲ। ਮੈਂ ਖਬਰਾਂ ਹੋਰ ਵੀ ਦੇਖ ਰਿਹਾ ਸੀ ਇਹਦੇ ਨਾਲ ਜੁੜਦੀਆਂ ਕਿ ਪੰਜਾਬ ਦੇ ਵਿੱਚ ਕਦੇ ਤਾਂ ਕਿਤੋਂ ਹਨੂਮਾਨ ਚਾਲੀਸਾ ਮਤਲਬ ਕਿ ਅੱਗ ਲੱਗੀ ਹੋਈ ਉਹਦੇ ਅਗਨ ਭੇਟ ਕੀਤੀ ਹੋਈ ਮਿਲਦੀ ਆ, ਤੇ ਕਦੇ ਕਿਤੇ ਗੁਟਕਾ ਸਾਹਿਬ ਤੇ ਨਾਲ ਗਾਤਰਾ, ਕਿਰਪਾਨ, ਕੜਾ, ਇਹੋ ਜਿਹਾ ਕੁਝ ਮਿਲਦਾ। ਇਹੋ ਜਿਹੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਪਿਛਲੇ ਕੁਝ ਦਿਨਾਂ ਤੋਂ। ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਮਾਹੌਲ ਸਹੀ ਜਿਹਾ ਨਹੀਂ ਲੱਗ ਰਿਹਾ। ਬੇਅਦਬੀ ਦਾ ਤੇ ਦੇਖੋ ਅਜੇ ਬਰਗਾੜੀ ਵਾਲਾ ਵੀ ਸਾਡੇ ਕੋਲ ਕੋਈ ਸੋਲਿਡ ਤੌਰ ਤੇ ਹੱਲ ਨਹੀਂ ਹੋਇਆ। ਇਹ ਨਵੇਂ ਜਿਹੜੇ ਬੇਅਦਬੀ ਦੇ ਮਾਮਲੇ ਹੈਗੇ, ਇੱਕ ਤੇ ਸਾਡੇ ਸਾਰੇ ਜਿਹੜੇ ਸ਼ਰਧਾਲੂ ਮੇਰੇ ਵੀਰ ਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਸ਼ਰਾਰਤੀ ਏਜੰਸੀਆਂ ਵੱਲੋਂ ਕੀਤਾ ਜਾਂਦਾ, ਕੁਝ ਏਜੰਟਾਂ ਵੱਲੋਂ ਕੀਤਾ ਜਾਂਦਾ ਜਿਨ੍ਹਾਂ ਨੂੰ ਪੰਜਾਬ ਦੀ ਸ਼ਾਂਤੀ ਚੰਗੀ ਨਹੀਂ ਲੱਗਦੀ। ਜੇ ਅਸੀਂ ਇੱਕ ਦੂਜੇ ਦੇ ਆਮਣੇ ਸਾਹਮਣੇ ਹਿੰਦੂ ਤੇ ਸਿੱਖ ਖੜੇ ਹੋ ਜਾਂਦੇ ਆ, ਉਹਦੇ ਚ ਮੁਸਲਿਮ ਭਾਈਚਾਰਾ ਤੇ ਬਹੁਤ ਘੱਟ ਗਿਣਤੀ ਚ ਉਹਦੇ ਨਾਲ ਕੋਈ ਪੰਗਾ ਬਹੁਤਾ ਪੈਂਦਾ ਨਹੀਂ, ਪਰ ਜੇ ਹਿੰਦੂ ਤੇ ਸਿੱਖ ਇੱਕ ਦੂਜੇ ਦੇ ਇਹੋ ਜਿਹੀਆਂ ਸ਼ਰਾਰਤੀ ਅੰਸਰਾਂ ਦੇ ਸ਼ਰਾਰਤ ਦੇ ਉੱਤੇ ਖੜੇ ਹੋ ਜਾਂਦੇ ਆ ਤਾਂ ਫਿਰ ਉਹ ਸਭ ਤੋਂ ਵੱਧ ਉਹ ਲੋਕ ਖੁਸ਼ ਹੋਣਗੇ ਜੋ ਇਸ ਗੱਲ ਨੂੰ ਭੜਕਾਉਣਾ ਚਾਹੁੰਦੇ ਆ। ਮੈਂ ਤੇ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦਾ ਇਸ ਗੱਲ ਦੀ ਕਿ ਉਹ ਇਸ ਮਾਮਲੇ ਦੇ ਵਿੱਚ ਜਾਂ ਇਹੋ ਜਿਹੀਆਂ ਭੜਕਾਹਟ ਦੇ ਵਿੱਚ ਕਦੀ ਨਾ ਆਉਣ। ਸਰਕਾਰ ਨੇ ਆਪਣਾ ਕੰਮ ਕਰੀ ਜਾਣਾ, ਦੁੱਖ ਜ਼ਰੂਰ ਹੁੰਦਾ, ਬਹੁਤ ਜ਼ਿਆਦਾ ਮਨ ਨੂੰ ਠੇਸ ਲੱਗਦੀ ਹੈਗੀ, ਉਹਦੇ ਬਾਵਜੂਦ ਵੀ ਆਪਾਂ ਇੱਕ ਦੂਜੇ ਦਾ ਜੇ ਭਾਈਚਾਰਾ ਬਣਾ ਕੇ ਰੱਖਾਂਗੇ ਤਾਂ ਉਹ ਲੋਕਾਂ ਦੀਆਂ ਜਿਹੜੇ ਈਵਲ ਡਿਜ਼ਾਈਨ ਹੈ, ਜਿਹੜੇ ਬਹੁਤ ਹੀ ਕਿਸਮ ਦੇ ਸੁਸਾਇਟੀ ਨੂੰ ਇਹ ਆਪਸ ਵਿੱਚ ਤੋੜਨ ਵਾਲੇ, ਆਪਸ ਵਿੱਚ ਨਫ਼ਰਤ ਦੀ ਅੱਗ ਵਿੱਚ ਝੋਕਣ ਵਾਲੇ ਜਿਹੜੇ ਡਿਜ਼ਾਈਨ ਆ, ਉਹਨੂੰ ਜੇ ਫੇਲ ਕਰਨਾ ਤੇ ਉਹਦਾ ਇਹੀ ਤਰੀਕਾ ਹੈਗਾ ਕਿ ਆਪਾਂ ਆਪਸ ਵਿੱਚ ਪਿਆਰ ਤੇ ਸਦਭਾਵਨਾ ਬਣਾਈ ਰੱਖੀਏ ਤੇ ਭੜਕੀਏ ਨਾ, ਤੇ ਸਰਕਾਰ ਦੇ ਉੱਤੇ ਲਗਾਤਾਰ ਇਸ ਗੱਲ ਦਾ ਦਬਾਅ ਰੱਖੀਏ ਕਿ ਉਹ ਆਪਣੀਆਂ ਜਿੰਨੀਆਂ ਇੰਟੈਲੀਜੈਂਸ ਏਜੰਸੀਆਂ ਹੈਗੀਆਂ ਜਾਂ ਉਹਨਾਂ ਦੇ ਕੋਲ ਜਿਹੜਾ ਵੀ ਨੈਟਵਰਕ ਹੈਗਾ, ਉਹ ਪੂਰੇ ਦਾ ਪੂਰਾ ਉਸ ਦਾ ਇਸਤੇਮਾਲ ਕਰਕੇ ਇਹੋ ਜਿਹੀਆਂ ਘਟਨਾਵਾਂ ਨੂੰ ਰੋਕੇ। ਇਹ ਉਹਨਾਂ ਦਾ ਫਰਜ਼ ਬਣਦਾ ਆ। ਰਹੀ ਗੱਲ 10 ਕੰਪਨੀਆਂ ਦੀ, ਉਹ ਤੇ ਕਿਸਾਨਾਂ ਕਰਕੇ ਵੀ ਬੁਲਾਈਆਂ ਹੋ ਸਕਦੀਆਂ, ਨਸ਼ੇ ਕਰਕੇ ਵੀ ਬੁਲਾਈਆਂ ਹੋ ਸਕਦੀਆਂ। ਮੂਵਮੈਂਟ ਦਾ ਮਾਹੌਲ ਬਣਦਾ ਜਾ ਰਿਹਾ, ਤਿੱਖਾ ਹੁੰਦਾ ਜਾ ਰਿਹਾ। ਹੋ ਸਕਦਾ ਪੰਜਾਬ ਪੁਲਿਸ ਕਿਉਂਕਿ ਬਹੁਤੀ ਵਾਰ ਉਹ ਜਾਂ ਤੇ ਆਪਣੇ ਪੁਲਿਸ ਦੇ ਅਫਸਰਾਂ ਨੂੰ ਸਾਂਭਣ ਤੇ ਲੱਗੀ ਰਹਿੰਦੀ ਆ ਜਾਂ ਜਿਹੜੇ ਹੋਰ ਬੰਦਿਆਂ ਨੂੰ ਸਿਕਿਉਰਿਟੀ ਦੇਣੀ ਆ, ਜਿਹਦੇ ਵਿੱਚ ਕਈ ਬਾਬੇ, ਹੋਰ ਡੇਰੇ ਵਾਲੇ ਕਈਆਂ ਦੇ, ਉਹਨਾਂ ਨੂੰ ਸਿਕਿਉਰਿਟੀ ਦੇਣੀ ਆ। ਤੇ ਖਾਸ ਕਰਕੇ ਜਿਹੜੇ ਅਫਸਰ ਲੋਕ ਹੈਗੇ ਆ, ਭਾਵੇਂ ਉਹ ਬਿਊਰੋਕ੍ਰੇਸੀ ਦੇ ਆ, ਭਾਵੇਂ ਉਹ ਸਾਡੇ ਪੋਲੀਟੀਸ਼ੀਅਨ ਹੈਗੇ ਆ, ਜਿਹੜੇ ਸਿਆਸੀ ਲੋਕ ਆ, ਉਹਨਾਂ ਦੇ ਉੱਤੇ ਕਾਫੀ 15-20% ਤੇ ਪੁਲਿਸ ਜਿਹੜੀ ਇੱਥੇ ਹੀ ਬਿਜ਼ੀ ਰਹਿੰਦੀ ਹੈ। ਤੇ ਫਿਰ ਉਹ ਜਿਹੜਾ ਘਾਟਾ ਪੈ ਜਾਂਦਾ, ਉੱਥੋਂ 10 ਕੰਪਨੀਆਂ ਮੰਗਾਈਆਂ ਗਈਆਂ। ਮੈਨੂੰ ਲੱਗਦਾ ਕਿ ਆਪਣੇ ਆਪ 'ਚ ਚੰਗਾ ਸ਼ੁਭ ਸ਼ਗਨ ਨਹੀਂ ਹੈਗਾ। ਪਰ ਇਹਦਾ ਮਤਲਬ ਇਹ ਹੈ ਕਿ ਪੁਲਿਸ ਜਿਹੜੀ ਆ ਉਹਦੇ ਕੋਲ ਕੰਮ ਸੂਤਰ ਨਹੀਂ ਆ ਰਿਹਾ। ਹੋ ਸਕਦਾ ਕਿ ਜਿਹੜੇ ਹੋਰ ਵੱਡੇ ਬਲ ਦੀ ਜ਼ਰੂਰਤ ਪਏ, ਜਿਹਦੇ ਕਰਕੇ ਹੁਣੇ ਇਸ ਗੱਲ ਦਾ ਸਾਨੂੰ ਵੀ ਇਹ ਖਬਰ ਲੱਗੀ ਤੇ ਜਿਹਦੀ ਸਾਨੂੰ ਦਿਲ ਨੂੰ ਤੇ ਦੁੱਖ ਪਹੁੰਚਦਾ ਹੀ ਹੈ ਕਿ ਇੱਥੇ ਫਿਰ ਇੱਕ ਕਿਸਮ ਦੀ ਛਾਉਣੀ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਉਹ ਖਰਚਾ ਵੀ ਪੰਜਾਬ ਨੂੰ ਪੈਣਾ ਕਿਉਂਕਿ ਪੰਜਾਬ ਮੰਗ ਰਿਹਾ, ਜਦ ਕਿ ਪੰਜਾਬ ਕੋਲ ਆਪਣੀ ਫੋਰਸ ਕਾਫੀ ਹੈਗੀ ਆ। 75-80 ਹਜ਼ਾਰ ਪੁਲਿਸ ਪਰਸਨਲ ਹੈ, ਥੋੜੇ ਨਹੀਂ ਹੈ। ਜੇ ਉਹ ਲਾਅ ਐਂਡ ਆਰਡਰ ਨਹੀਂ ਮੇਨਟੇਨ ਕਰ ਸਕਦੇ ਤੇ ਇਹ 10 ਕੰਪਨੀਆਂ ਆ ਕੇ ਹੋਰ ਕਿਹੜਾ ਨਵਾਂ ਚੰਨ ਚੜਾਉਣਗੀਆਂ, ਸਾਨੂੰ ਸਮਝ ਨਹੀਂ ਆਉਂਦੀ। ਨਸ਼ੇ ਦਾ ਇਹ ਤੇ ਪੁਲਿਸ ਨੇ ਕੀ ਰੋਕਣਾ? ਪੁਲਿਸ ਤੇ ਜੇ ਆਪ ਸੁਧਰ ਜਾਏ ਤੇ ਨਸ਼ਾ ਆਪਣੇ ਆਪ ਰੁਕ ਜੂ। ਪੁਲਿਸ ਦੀ ਛਤਰ ਛਾਇਆ ਚ ਨਸ਼ਾ ਇੱਥੇ ਸਾਰਾ ਵਿਕ ਰਿਹਾ, ਵੰਡਿਆ ਜਾ ਰਿਹਾ। ਰੋਜ਼ ਖਬਰਾਂ ਆ ਰਹੀਆਂ, ਅੱਜ ਵੀ 2 ਬੱਚੇ ਜਿਹੜੇ ਆ ਉਹਨਾਂ ਦਾ ਨਸ਼ੇ ਕਰਕੇ ਡੈਥ ਹੋਈ ਹੈ। ਇਹ ਉਹ ਆ ਜਿਹੜੇ ਨੋਟਿਸ ਵਿੱਚ ਆਉਂਦੇ ਆ, ਪਤਾ ਨਹੀਂ ਕਿੰਨੇ ਜਿਹੜੇ ਅਨਨੋਟਿਸਡ ਵੀ ਹੋਣਗੇ। ਇਸ ਲਈ ਸੁਖਵਿੰਦਰ, ਇਹ ਹਾਲਾਤ ਪੰਜਾਬ ਦੀ ਜਿੱਥੇ ਤੱਕ ਨਸ਼ਿਆਂ ਦਾ ਮਾਮਲਾ, ਉਹ ਤੇ ਕਾਫੀ ਗਹਿਰੀ ਹੈ। ਉਸ ਨੂੰ ਖਤਮ ਕਰਨ ਲਈ, ਉਸ ਨੂੰ ਦਾ ਮੁਕਾਬਲਾ ਕਰਨ ਲਈ ਇੱਕ ਬੜੀ ਪੁਖਤਾ ਕੋਈ ਨਾ ਕੋਈ ਸਕੀਮ ਤੇ ਸਟ੍ਰੈਟਜੀ ਸਰਕਾਰ ਨੂੰ ਲੈ ਕੇ ਆਉਣੀ ਪਊਗੀ, ਜਿਹੜੀ ਕਿ ਅਜੇ ਮੈਨੂੰ ਉਹਦੀ ਅਣਹੋਂਦ ਨਜ਼ਰ ਆ ਰਹੀ। ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਸ਼੍ਰੋਮਣੀ ਕਮੇਟੀ ਸਾਨੂੰ ਕੋਈ ਸੇਵਾ ਲਾਏ, ਅਸੀਂ ਸੇਵਾ ਕਰਨ ਲਈ ਤਿਆਰ ਆ, ਤੇ ਹੁਣ ਉਹਨਾਂ ਨੇ ਸੇਵਾ ਲਾ ਵੀ ਦਿੱਤੀ ਹੈ। ਦੁਬਾਰਾ ਦੱਸਿਓ। ਮੈਂ ਕਿਹਾ ਜੀ, ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਸ਼੍ਰੋਮਣੀ ਕਮੇਟੀ ਸਾਨੂੰ ਸੇਵਾ ਲਾਏ, ਤੇ ਹੁਣ ਸ਼੍ਰੋਮਣੀ ਕਮੇਟੀ ਨੇ ਇੱਕ ਵੀਡੀਓ ਨਸ਼ਰ ਕਰਕੇ ਉਹਨਾਂ ਦੇ ਜਿਹੜੇ ਮੀਤ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਸਾਨੂੰ 50 ਕਰੋੜ ਰੁਪਇਆ ਜਿਹੜਾ ਸਕਾਲਰਸ਼ਿਪ ਦਾ ਰੁਕਿਆ ਹੋਇਆ ਉਹ
ਸਾਡੇ ਕਾਲਜਾਂ ਨੂੰ ਜਾਰੀ ਕੀਤਾ ਜਾਏ। ਬਿਲਕੁਲ ਬਿਲकुल 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 ਮੈਂ ਹੋਰ ਪਾਸੇ ਸਮਝ ਰਿਹਾ ਸੀ। ਇਹ ਠੀਕ ਹੈਗਾ ਆ ਉਹ ਤੇ ਠੀਕ ਹੈ। ਇਹ ਇਸ ਤਰ੍ਹਾਂ ਨੰਬਰ ਫੋਕੇ ਫੋਕੇ ਨਹੀਂ ਬਣਾਉਣੇ ਪੈਣਗੇ ਨਾ, ਬਣਨਗੇ ਜਿਵੇਂ ਇੱਥੇ ਜਨ ਸੰਪਰਕ ਕੀਤਾ ਲੋਕਾਂ ਨੂੰ, ਹੈ ਜਨ ਦਰਬਾਰ ਲਾਇਆ ਸੀਗਾ ਇੱਕ ਕਿਸਮ ਦਾ, ਉਹ ਮਹਿੰਗਾ ਪੈ ਗਿਆ। ਇਸੇ ਤਰੀਕਾ ਸੇਵਾ ਜਦੋਂ ਕਈ ਅਗਲਿਆਂ ਨੇ ਕਿਹਾ ਵੀ ਲਾ ਕਰ ਦਿਓ, ਫਿਰ ਸਾਨੂੰ ਕੀ ਜਿਹੜੀ ਗੱਲ ਹੈਗੀ। ਉਹਦਾ ਹੁਣ ਪੈਸਾ ਵੈਸੇ 50 ਕਰੋੜ ਤੇ ਕੋਈ ਬਹੁਤੀ ਗੱਲ ਨਹੀਂ ਹੈ, 500 ਕਰੋੜ ਹੋਵੇ ਤਾਂ ਵੀ ਉਹ ਏਡੀ ਵੱਡੀ ਸਰਕਾਰ ਲਈ ਕੋਈ ਬਹੁਤੀ ਗੱਲ ਨਹੀਂ ਹੈ। ਇੰਨਾ ਕਿਤੇ ਮੇਰਾ ਖਿਆਲ ਤੁਰੰਤ ਚੈੱਕ ਜਿਹੜਾ ਕੱਟ ਕੇ ਦੇ ਦੇਣਾ ਚਾਹੀਦਾ ਤਾਂ ਕਿ ਜਿਹੜੀ ਤੁਰੰਤ ਉਹਨਾਂ ਸੰਸਥਾਨਾਂ ਨੂੰ ਰਾਹਤ ਮਿਲੇ। ਆਫਟਰ ਆਲ ਉਹ ਵੀ ਸਾਡੇ ਸਮਾਜ ਦੇ ਵਿੱਚ ਅਹਿਮ ਸਮਾਜ ਸੇਵਾ ਦਾ ਰੋਲ ਅਦਾ ਕਰ ਰਹੇ ਹਨ। ਜੀ ਪ੍ਰੋਫੈਸਰ ਸਾਹਿਬ, ਇੱਕ ਰੌਲਾ ਬੜਾ ਪਿਆ ਰਿਹਾ ਕਿ ਕਰਨਾਟਕ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਬਾਬਤ ਜੋ ਕੁਝ ਇਤਿਹਾਸ ਦੇ ਵਿੱਚ ਉਹਨਾਂ ਦੀ ਕਿਤਾਬਾਂ ਦੇ ਵਿੱਚ ਜੋ ਕੁਝ ਸੀਗਾ ਚੈਪਟਰ, ਉਹਨੂੰ ਹਟਾ ਦਿੱਤਾ ਗਿਆ। ਪਰ ਬਾਅਦ ਦੇ ਵਿੱਚ ਬੀਜੇਪੀ ਹੁਣ ਸਫਾਈਆਂ ਵੀ ਦੇ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ। ਆਮ ਆਦਮੀ ਪਾਰਟੀ ਦੇ ਐਮਐਲਏਸ ਦੇ ਵੀ ਮੈਂ ਟਵੀਟ ਪੜ੍ਹੇ, ਜਿਹੜੇ ਕਦੇ ਬੋਲਦੇ ਨੇ, ਕਦੇ ਕਦੇ ਸੁਣ ਜਾਂਦਾ ਕਿ ਬੋਲਦੇ ਨਹੀਂ, ਮਤਲਬ ਕਿ ਲਿਖ ਲੁੱਕ ਕੇ ਹੀ ਸਾਰ ਦਿੰਦੇ ਨੇ, ਟਵੀਟ ਉਹਨਾਂ ਦਾ ਆ ਜਾਂਦਾ ਸਾਹਮਣੇ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਇਹ ਦੇਖੋ ਧੱਕਾ। ਫਿਰ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਚੰਗੀ ਗੱਲ ਹੈ ਕਿ ਸ਼ਹੀਦਾਂ ਦੇ ਨਾਂ ਦੇ ਉੱਤੇ ਜੇ ਕੁਝ ਸਿਆਸਤ ਕਰਦਾ ਕੋਈ ਤਾਂ ਉਹਨੂੰ ਰੋਕਣਾ ਚਾਹੀਦਾ, ਪਰ ਬੀਜੇਪੀ ਤਾਂ ਸਾਫ਼ ਮੁੱਕਰ ਗਈ। ਉਹ ਕਹਿੰਦੇ ਇਹੋ ਜਿਹਾ ਕੁਝ ਨਹੀਂ ਹੈਗਾ, ਇਹ ਐਵੇਂ ਆਰਐਸਐਸ ਦਾ ਨਾਮ ਲੈ ਦਿੰਦੇ ਨੇ। ਸੁਖਵਿੰਦਰ, ਇਹ ਤੇ ਗੱਲ ਕੋਈ ਦੋ ਰਾਏ ਨਹੀਂ ਹੈ ਕਿ ਆਰਐਸਐਸ ਦਾ ਜਿਹੜਾ ਕਰਨਾਟਕਾ ਇੱਕ ਸਟੇਟ ਇੱਕ ਇਹੋ ਜਿਹੀ ਆ ਜਿਹੜਾ ਉਹਨਾਂ ਦਾ ਅੱਡਾ ਬਣ ਗਿਆ। ਉੱਥੇ ਇੱਕ ਐਕਸਪੈਰੀਮੈਂਟਲ ਲੈਬ ਬਣ ਗਈ ਆ ਜਿੱਥੋਂ ਸਾਰਾ ਕੁਝ ਟੈਸਟ ਕਰਨ ਤੋਂ ਬਾਅਦ ਬਾਕੀ ਦੇਸ਼ ਦੇ ਵਿੱਚ ਉਹ ਤਜਰਬੇ ਜਿਹੜੇ ਲਾਗੂ ਕੀਤੇ ਜਾਣਗੇ। ਕਦੀ ਉਹ ਹਿਸਾਬ ਦਾ ਕੰਮ ਹੈ, ਕਦੀ ਕੋਈ ਹੋਰ ਕਿਸਮ ਦਾ, ਕਿਹਨੂੰ ਦਾਖਲਾ ਦੇਣਾ, ਕੀ ਹੋਣਾ, ਕਿੰਨਾ ਕੁਝ ਉੱਥੇ ਇਹੋ ਜਿਹਾ ਕੁਝ ਚੱਲਦਾ ਰਹਿੰਦਾ। ਹੋਰ ਪੁੱਠੀਆਂ ਸਿੱਧੀਆਂ ਸਟੇਟਮੈਂਟਾਂ ਵੀ ਆਉਂਦੀਆਂ। ਤੇ ਹੁਣ ਲੇਟੈਸਟ ਇਹ ਸਿਲੇਬਸ ਚੇਂਜ ਕਰਦਾ ਕਿ ਭਗਤ ਸਿੰਘ ਦਾ ਤੇ ਜਿਹੜਾ ਹਟਾਇਆ ਹੀ ਨਾਲ ਉੱਥੇ ਆਰਐਸਐਸ ਦਾ ਹੈਡਗੇਵਰ ਵਗੈਰਾ ਵਗੈਰਾ ਉਹਨਾਂ ਦਾ ਪ੍ਰਵਚਨ ਜਿਹੜੇ ਉੱਥੇ ਲਾਤੇ ਵੀ ਅਸੀਂ ਦੇਸ਼ ਦੇ ਵਿੱਚ ਕਿਵੇਂ ਐਂਟੀ ਇਸਲਾਮ ਚੱਲਣਾ ਆ, ਕਿਵੇਂ। ਇਹੀ ਆਰਐਸਐਸ ਦਾ ਮੁੱਖ ਜਿਹੜਾ ਹੈਡਗੇਵਰ ਉਹਨਾਂ ਵਗੈਰਾ ਸਾਰਾ ਉਹਨਾਂ ਨੇ ਜਿਹੜੇ ਆਰਐਸਐਸ ਦੇ ਤੰਤਰ ਆ, ਇਹੀ ਹੈ ਕਿ ਸਾਡੇ ਦੁਸ਼ਮਣ ਜਿਹੜੇ ਬੰਚ ਆਫ ਥਾਟਸ ਤੁਸੀਂ ਦੇਖੋ ਜੇ ਪੜ੍ਹੋ ਤੇ ਉਹਦੇ ਚ ਲਿਖਿਆ ਹੋਇਆ ਸਾਫ਼-ਸਾਫ਼ ਕਿ ਸਾਡੇ ਮੁੱਖ 3 ਦੁਸ਼ਮਣ ਹੈ। ਇੱਕ ਲੈਫਟ ਪਾਰਟੀਆਂ ਜਿਹੜੇ ਲੈਫਟ ਵਿਚਾਰਧਾਰਾ ਦੇ ਲੋਕ ਆ, ਔਰ 2 ਜਿਹੜੇ ਬਾਹਰੀ ਧਰਮ ਇੱਥੇ ਆਣ ਵੜੇ ਆ, ਇੱਕ ਇਸਲਾਮ ਔਰ ਦੂਸਰਾ ਈਸਾਈ ਧਰਮ ਜਿਹੜੇ ਆ। ਇਹ ਇਸ ਕਿਸਮ ਦਾ ਉਹਨਾਂ ਦਾ ਆਰਐਸਐਸ ਦਾ ਇੱਕ ਧਾਰਾ ਹੈਗੀ। ਉਹਦੇ ਵਿੱਚ ਪਾਇਆ ਹੋਊਗਾ ਕਿ ਕੀਤੀ ਤੇ ਸਲਾਨਾ ਹੀ ਕੀਤੀ ਹੋਊਗੀ ਆਰਐਸਐਸ ਦੀ, ਹੋਰ ਉੱਥੇ ਕੀ ਕਰਨਾ। ਮੈਂ ਉਹ ਪੜ੍ਹਿਆ ਨਹੀਂ ਚੈਪਟਰ ਕੀ ਹੈ, ਕਿਉਂਕਿ ਆਪਾਂ ਉਸ ਭਾਸ਼ਾ ਨੂੰ ਪੜ੍ਹ ਨਹੀਂ ਸਕਦੇ। ਮੈਂ ਕੋਸ਼ਿਸ਼ ਕੀਤੀ ਤੇ ਉਹ ਕੰਨੜ ਦੀ ਭਾਸ਼ਾ ਵਿੱਚ ਸਾਰਾ ਆਇਆ। ਪਰ ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਦਾ ਦੇਖੋ, ਇਹ ਅਫਸੋਸ ਦੀ ਗੱਲ ਹੈ ਕਿ ਜਿਹੜੇ ਦੁਸ਼ਮਣ ਹੁੰਦੇ ਆ ਉਸ ਵਿਚਾਰ ਦੇ, ਜਿਨ੍ਹਾਂ ਦੇ ਵਿਰੁੱਧ ਲੜ ਕੇ ਸ਼ਹੀਦ ਭਗਤ ਸਿੰਘ ਉਹਨਾਂ ਨੇ ਸ਼ਹੀਦੀ ਪਾਈ ਔਰ ਫਾਂਸੀ ਦਾ ਰੱਸਾ ਚੁੰਮਿਆ, ਉਹ ਵੀ ਉਸ ਦੇ ਕਲੇਮੈਂਟ ਬਣ ਜਾਂਦੇ ਵੀ ਉਹ ਤੇ ਸਾਡੇ ਹੀ ਸੀ, ਉਹ ਤੇ ਸਾਡੇ ਲਈ ਸ਼ਹੀਦ ਹੋਏ। ਇਸ ਕਿਸਮ ਦਾ ਜਿਹੜਾ ਕਨਫਿਊਜ਼ਨ ਆ, ਪਹਿਲੀ ਤੇ ਮੇਰੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੇਨਤੀ ਹੋਊਗੀ ਕਿ ਜਿਹੜੇ ਭਗਤ ਸਿੰਘ ਦੇ ਸੱਚੇ ਮੁੱਚੇ ਉਹਦੇ ਵਿਚਾਰਾਂ ਦੇ ਪੈਰੋਕਾਰ ਹੈਗੇ, ਅਜੇ ਭਗਤ ਸਿੰਘ ਦੇ ਭਾਣਜਾ ਪ੍ਰੋਫੈਸਰ ਜਗਮੋਹਨ ਸਿੰਘ ਹੈਗੇ ਆ, ਹੋਰ ਹੈਗੇ ਆ, ਉਹਨਾਂ ਨੂੰ ਜਿਹੜਾ ਇੱਕ ਡਿਫੈਂਸ ਤਿਆਰ ਕਰਨਾ ਪਊਗਾ ਕਿ ਭਗਤ ਸਿੰਘ ਕਿਹੜੇ ਵਿਚਾਰਾਂ ਲਈ ਖੜਾ ਸੀ ਔਰ ਉਹ ਕਿਸ ਜਨਤਾ ਦੀ ਵਿਚਾਰ ਦੀ ਜਾਂ ਕਿਸ ਸੁਪਨਿਆਂ ਨੂੰ ਜਿਹੜੇ ਅਜੇ ਸੁਪਨੇ ਸਾਕਾਰ ਨਹੀਂ ਹੋਏ ਉਹ ਵਿੱਚੇ ਛੱਡ ਕੇ ਚਲੇ ਗਏ। ਉਹ ਕੌਣ ਲੋਕ ਹੋ ਸਕਦੇ ਸੀ, ਉਹ ਕੌਣ ਲੋਕ ਸੀ ਜਿਨ੍ਹਾਂ ਨੂੰ ਨਾਲ ਲੈ ਕੇ ਉਹ ਸਾਰਾ ਸਿਰੇ ਚੜ੍ਹਨਾ ਸੀ। ਅੱਜ ਮੈਂ ਦੇਖਦਾ ਇੱਥੇ ਇੱਕ ਪਾਸੇ ਤੇ ਜਿਹੜੇ ਲੈਫਟ ਆ ਉਹ ਉਹਨਾਂ ਦੇ ਭਗਤ ਸਿੰਘ ਦਾ ਸ਼ਹੀਦੀ ਦਿਨ ਵੀ ਮਨਾਉਣਗੇ, ਜਨਮ ਦਿਨ ਵੀ ਮਨਾਉਣਗੇ। ਉਧਰ ABVP ਹੈਗੀ ਜਿਹੜੀ ਕਿ ਬਿਲਕੁਲ ਹੀ ਉਸ ਵਿਚਾਰ ਦੇ ਉਲਟ ਹੈਗੀ ਆ, ਉਹ ਵੀ ਭਗਤ ਸਿੰਘ ਨੂੰ ਕਲੇਮ ਕਰਦੇ ਹੈਗੇ। ਇਸੇ ਤਰੀਕੇ ਨਾਲ ਜਦੋਂ ਹੁਣ ਚੈਪਟਰ ਕੱਢਣ ਦੀ ਗੱਲ ਆਈ ਤੇ ਬੀਜੇਪੀ ਨੂੰ ਇਹ ਬੜੀ ਇੱਕ ਧਰਮ ਸੰਕਟ ਬਣਿਆ। ਉਹ ਕਹਿੰਦੇ ਅਸੀਂ ਤਾਂ ਕੱਢਿਆ ਹੀ ਨਹੀਂ, ਇਹ ਤਾਂ ਝੂਠ ਬੋਲਦੇ ਆ। ਕੇਜਰੀਵਾਲ ਨੂੰ ਝੂਠ ਬੋਲਣ ਦੀ ਆਦਤ ਆ। ਹੁਣ ਜੇ ਅਸੀਂ ਆਪ ਪੜ੍ਹ ਸਕਦੇ ਹੁੰਦੇ ਉਹ ਭਾਸ਼ਾ ਤੇ ਅਸੀਂ ਜ਼ਰੂਰ ਅੱਜ ਇਸ ਗੱਲ ਦਾ ਨਿਤਾਰਾ ਕਰਕੇ ਕਰਦੇ। ਪਰ ਦੋਨੋਂ ਦੇ ਜਿਹੜੇ ਕਲੇਮ ਆ ਕਿ ਆਰਐਸਐਸ ਦੀ ਐਂਟਰੀ ਮਾਰੀ ਆ ਉੱਥੇ, ਉਹ ਤੇ ਪੋਸੀਬਲ ਹੈਗੀ ਆ, ਪਰ ਭਗਤ ਸਿੰਘ ਦਾ ਚੈਪਟਰ ਹਟਾ ਕੇ ਮਾਰੀ ਆ ਐਂਟਰੀ, ਇਹ ਥੋੜੀ ਜੀ ਸਾਨੂੰ ਲੱਗਦਾ ਕਿ ਤਹਿਕੀਕਾਤ ਵਾਲੀ ਗੱਲ ਹੈ। ਜ਼ਰੂਰ ਪਤਾ ਲੈਣਾ ਚਾਹੀਦਾ ਜੇ ਸੱਚੀ ਮੁੱਚੀ ਹੈ ਜੋ ਬੀਜੇਪੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਤਾਂ ਫਿਰ ਇਹ ਅਤੀ ਨਿੰਦਨੀਏ ਹੀ ਨਹੀਂ, ਇਹ ਇੱਕ ਰਸਤਾ ਵੀ ਦਿਖਾਉਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਸਾਡਾ ਇਤਿਹਾਸ, ਸਾਡੀ ਪੜ੍ਹਾਈ ਤੇ ਸਕੂਲਾਂ ਦੇ ਵਿੱਚ ਕੀ ਪੜ੍ਹਾਇਆ ਜਾਣ ਵਾਲਾ। ਗਊ ਦੇ ਉੱਤੇ ਚੈਪਟਰ ਜ਼ਿਆਦਾ ਹੋਣਗੇ, ਗਊ ਦੇ ਮੂਤਰ ਦੇ ਕੀ ਫਾਇਦਾ ਆ, ਗਊ ਦੇ ਗੋਹੇ ਦਾ
ਆਪਾਂ ਲੇਪ ਕਰ ਲਈਏ ਸਰੀਰ ਤੇ ਉਹਦਾ ਕੀ ਫਾਇਦਾ ਆ। ਇਸ ਕਿਸਮ ਦੇ ਗਾਂ ਦੇ ਉੱਤੇ ਕਾਫੀ ਰਿਸਰਚ ਹੋਊਗੀ, ਗਾਂ ਲਈ ਸਪੈਸ਼ਲ ਐਕਟ ਵੀ ਬਣ ਰਹੇ ਆ। ਹੋਰ ਕਈ ਇਸ ਕਿਸਮ ਦੇ ਉੱਡਣ ਖਟੋਲਿਆਂ ਤੇ ਮਾਈਕਰੋ ਸਰਜਰੀ ਜਿਹੜੀ ਪੁਰਾਣੀ ਆ ਸਾਰੀ ਉਹ ਵੈਦਿਕ ਨੌਲੇਜ ਤੇ ਵੈਦਿਕ ਮੈਥੇਮੈਟਿਕਸ ਤੇ ਉਸ ਪਾਸੇ ਨੂੰ ਆਪਾਂ ਪਛਾਣ ਨੂੰ ਖਿੱਚ ਕੇ 5000 ਸਾਲ ਲਿਜਾਵਾਂਗੇ। ਉਹ ਸਾਡੀ ਇੱਕ ਪੜ੍ਹਾਈ ਦਾ ਹਿੱਸਾ ਬਣ ਜੂਗਾ। ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਹੀ ਥੋੜਾ ਡਾਵਾਂਡੋਲ ਜੇ ਚੱਲ ਰਹੇ ਹਾਂ, ਜੇ ਇਹੋ ਜਿਹੀ ਪੜ੍ਹਾਈ ਦਾ ਜ਼ੋਰ ਪੈ ਗਿਆ ਜਿੱਧਰ ਨੂੰ ਇਹ ਕੋਸ਼ਿਸ਼ ਕਰ ਰਹੇ ਆ, ਖਾਸ ਕਰ RSS ਤੇ BJP, ਤਾਂ ਫਿਰ ਅਸੀਂ ਅੱਗੇ ਤੇ ਕੀ ਵਧਣਾ, ਇੱਕ ਸੁਪਰ ਪਾਵਰ ਤਾਂ ਕੀ ਬਣਨਾ। ਅਸੀਂ ਜਿੱਥੇ ਖੜੇ ਹਾਂ ਉੱਥੋਂ ਵੀ ਥੱਲੇ ਧੜਾਮ ਡਿੱਗਣ ਲਈ ਆਪ ਮਿਹਨਤ ਕਰਕੇ ਦੇਸ਼ ਨੂੰ ਪਛਾਣ ਧੱਕਣ ਲਈ ਕੋਸ਼ਿਸ਼ ਕਰ ਰਹੇ ਹੋਵਾਂਗੇ। ਹਾਂਜੀ, ਆਖਰੀ ਖਬਰ ਪ੍ਰੋਫੈਸਰ ਸਾਹਿਬ, ਮਨਪ੍ਰੀਤ ਸਿੰਘ ਬਾਦਲ ਦੇ ਸਾਥੀ ਅਜੀਤ ਜੋਲ ਨੇ ਟਵੀਟ ਕੀਤਾ ਕਿ ਕਾਂਗਰਸ ਵਿੱਚ ਚੱਲ ਕੀ ਰਿਹਾ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ। ਉਹ ਕਹਿੰਦੇ ਮੇਰੇ ਨਿੱਜੀ ਵਿਚਾਰ ਨੇ, ਪਰ ਲੋਕ ਇਹਨਾਂ ਦੇ ਮੂੰਹ ਵੱਲ ਤੱਕਦੇ ਨੇ ਕਿ ਤੁਹਾਨੂੰ ਮਾੜੀ ਮੋਟੀ ਵਿਰੋਧੀ ਧਿਰ ਦੇ ਵਿੱਚ ਰੱਖਿਆ, ਮਜ਼ਬੂਤੀ ਨਹੀਂ ਦਿੱਤੀ। ਇਸੇ ਕਰਕੇ ਨਹੀਂ ਦਿੱਤੀ ਕਿ ਪਹਿਲਾਂ ਦੇ ਹਾਲਾਤ ਜਿਹੜੇ ਨੇ 5 ਸਾਲ ਤੁਸੀਂ ਜੋ ਕੁਝ ਕੀਤਾ, ਹੁਣ ਫੇਰ ਉਹੀ ਗੱਲਾਂ ਇਹਨਾਂ ਦੀਆਂ ਸਾਹਮਣੇ ਆ ਰਹੀਆਂ। ਜੇ ਮਨਪ੍ਰੀਤ ਬਾਦਲ ਦਾ ਰਿਸ਼ਤੇਦਾਰ ਬੋਲਦਾ ਹੈ ਤਾਂ ਇਦਾਂ ਹੀ ਲੱਗਦਾ ਕਿ ਉਹੀ ਜਿਵੇਂ ਨਵਜੋਤ ਸਿੱਧੂ ਦੇ ਆਲੇ ਦੁਆਲੇ ਬੋਲਦੇ ਨੇ ਤੇ ਉਹੀ ਮਨਪ੍ਰੀਤ ਸਿੱਧੂ ਦੇ ਆਲੇ ਦੁਆਲੇ ਮਨਪ੍ਰੀਤ ਬਾਦਲ ਦੇ ਆਲੇ ਦੁਆਲੇ ਬੋਲਣ ਲੱਗ ਗਏ, ਤੇ ਕੱਲ ਨੂੰ ਕਾਂਗਰਸ ਦਾ ਬਣਨਾ ਕੀ ਹੈ ਫਿਰ? ਦੇਖੋ, ਕਾਂਗਰਸ ਦਾ ਇਹ ਹੈ ਕਿ ਜਦੋਂ ਲੀਡਰ ਜ਼ਿਆਦਾ ਪੈਦਾ ਹੋ ਜਾਣ ਨਾ, ਉਦੋਂ ਪਾਰਟੀ ਦਾ ਸੱਤਿਆਨਾਸ਼ ਹੀ ਹੁੰਦਾ। ਇੱਥੇ ਲੀਡਰ ਬਹੁਤ ਪੈਦਾ ਹੋ ਗਏ, ਕਾਡਰ ਨਹੀਂ ਕੋਈ ਹੈਗਾ। ਔਰ ਮੈਂ ਸਾਰੀ ਇੰਨੀ ਜ਼ਿਆਦਾ ਹੈ, ਘਮੰਡ ਇੰਨਾ ਜ਼ਿਆਦਾ ਕਿ ਮੇਰੇ ਤੋਂ ਬਗੈਰ ਤੇ ਚੱਲੇ ਹੀ ਨਹੀਂ ਸਕਦਾ ਕੁਛ। ਇਸ ਨੂੰ ਜਦ ਤੱਕ ਕੋਈ ਮੈਨੇਜ ਨਹੀਂ ਕਰਦੇ, ਹੁਣ ਜਿਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਉਦੈਪੁਰ ਦੇ ਵਿੱਚ ਦੋ ਦਿਨ ਦਾ ਸ਼ਿਵਰ ਦਾ ਵਾਹਵਾ ਲੋਕਾਂ ਨੂੰ ਬੁਲਾ ਬਲੂ ਕੇ ਉੱਥੇ ਗੱਲਬਾਤ ਕੀਤੀ ਹੈ। ਰਾਹੁਲ ਗਾਂਧੀ ਵੀ ਸੀਗਾ, ਸੋਨੀਆ ਗਾਂਧੀ ਵੀ ਸੀ, ਪਰ ਨਿਕਲਿਆ ਕਿ 2 ਅਕਤੂਬਰ ਨੂੰ ਜਨ ਸੰਪਰਕ ਹੋਊਗਾ। ਵੀ ਅੱਜ ਲੋਕਾਂ ਦੇ ਉੱਥੇ ਘਰੋਂ ਘਰੀ ਮਹਿੰਗਾਈ ਨੇ ਅੱਗ ਲਾਈ ਪਈ, ਲੋਕ ਭੁੱਖੇ ਮਰਦੇ, ਤਰਾ ਹੁੰਦੇ, ਕੁਝ ਡਾਂਗਾਂ ਖਾਓ ਸੜਕਾਂ ਦੇ ਉੱਤੇ। ਤਾਂ ਆ ਜਿਹੜੇ ਸਾਰੇ ਕਹਿੰਦੇ ਆ ਕਿ ਮੈਨੂੰ ਲੀਡਰ ਬਣਾਓ, ਮੈਨੂੰ ਲੀਡਰ ਬਣਾਓ, ਜਿਵੇਂ ਕਿਸਾਨ ਆ ਕੇ ਬੈਠੇ ਆ ਚੰਡੀਗੜ੍ਹ ਦੇ ਵਿੱਚ, ਇਹਨਾਂ ਸਾਰਿਆਂ ਨੂੰ ਧੁੱਪੇ ਬਿਠਾਓ, ਤੱਤੇ ਤਵੇ ਦੇ ਬਿਠਾਓ, ਥੋੜਾ ਜਿਹਾ ਪਤਾ ਲੱਗੇ ਵੀ ਇਹ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ। ਕਿਉਂਕਿ ਤੱਤਾ ਤਵਾ ਕੋਈ ਅੱਗ ਨਾਲ ਨਹੀਂ ਕਰਨ ਦੀ ਲੋੜ, ਕਿਤੇ ਲਾਈਨਾਂ ਤੇ ਬਿਠਾ ਦੇਣਾ ਆਪੇ ਤਵਾ ਵਾਂਗੂ, ਜਾਂ ਗਰਮ ਆ ਬਹੁਤ। ਫਿਰ ਜਿਹੜੇ ਦੇ ਅਸਲੀ ਪੱਕੇ ਹੋਣਗੇ ਰੋੜਿਆਂ ਤੇ ਬਹਿ ਕੇ, ਉਹ ਜਿਹੜੇ ਸੱਚੀ ਮੁੱਚੀ ਦੇਸ਼ ਲਈ ਜਾਂ ਪਾਰਟੀ ਲਈ ਕੁਝ ਕਰਨਾ ਚਾਹੁੰਦੇ ਹੋਣਗੇ, ਜਾਂ ਲੋਕਾਂ ਨੂੰ ਅਪਣਾਏ ਹੋਣਗੇ, ਪ੍ਰਣਾਏ ਹੋਣਗੇ, ਲੋਕਾਂ ਨੂੰ ਅਪਣਾਇਆ ਹੋਇਆ ਜਿਨ੍ਹਾਂ ਨੇ, ਉਹੀ ਬਚਣਗੇ, ਬਾਕੀ ਸਭ ਭੱਜ ਜਾਣਗੇ। ਇਹ ਛਾਨਣਾ ਲਾਓ ਆਪ। ਹੁਣ ਗੱਲ ਇਹ ਹੈ ਕਿ ਇਹ ਛਾਨਣੇ ਦੇ ਜੇ ਲੱਗੂਗਾ ਤੇ ਉਹਦੇ ਚ ਤੇ ਰਾਹੁਲ ਵੀ ਬਾਹਰ ਹੋ ਜਾਊਗਾ, ਸੋਨੀਆ ਵੀ ਬਾਹਰ ਹੋ ਜਾਊਗੀ, ਕਿਉਂਕਿ ਉਹ ਖੁਦ ਹੀ ਇੰਨੇ ਕ ਪੱਕੇ ਠੱਕੇ ਜੇ ਨਹੀਂ ਹੈਗੇ, ਨਹੀਂ ਮੋਦੀ ਵਾਂਗੂ ਥੱਲਿਓਂ ਤੇ ਉੱਪਰ ਉੱਠ ਕੇ ਗਏ ਨਹੀਂ ਹੈਗੇ। ਮੋਦੀ ਤੇ RSS ਦੇ ਵਿੱਚ ਸੀਗੇ ਪਹਿਲਾਂ, ਇਸ ਤਰ੍ਹਾਂ ਇਹ ਬਹੁਤ ਸਾਰੇ ਬੰਦੇ ਪੱਕੇ ਠੱਕੇ ਬੰਦੇ ਆ। ਹੁਣ ਇਹੀ ਇਹਨਾਂ ਦਾ ਦੁਖਾਂਤ ਆ ਵੀ ਉਹੋ ਜਿਹਾ ਕੋਈ ਪ੍ਰੋਗਰਾਮ ਕੱਢ ਲੈਂਦੇ ਆ ਜਿਹੜਾ ਬੜਾ ਉੱਪਰੋਂ ਪੇਤਲਾ ਰਹਿ ਜਾਂਦਾ, ਥੱਲੇ ਤੱਕ ਜਿਹੜਾ ਲਿਟਮਸ ਟੈਸਟ, ਜਾਂ ਜਿਹਨੂੰ ਕਹਿੰਦੇ ਕਿ ਪਾਰਟੀ ਦੇ ਕਾਡਰ ਦੀ ਤੇ ਪਾਰਟੀ ਦੀ ਤਾਕਤ ਦੀ ਅਗਨ ਪ੍ਰੀਖਿਆ ਕਰਨੀ, ਉਹ ਨਹੀਂ ਪੂਰੀ ਹੁੰਦੀ। ਉਹ ਅਗਨ ਪ੍ਰੀਖਿਆ ਜਦ ਤੱਕ ਕਾਂਗਰਸ ਦੀ ਹੁੰਦੀ ਨਹੀਂ ਤੇ ਜਿਹੜੇ ਵਾਧੂ ਲਾਕੜੀ ਆ ਉਹ ਭੱਜਣੇ ਨਹੀਂ, ਉਹਨਾਂ ਨੇ ਕਬਜ਼ਾ ਰੱਖਣਾ, ਤੇ ਫਿਰ ਤੂੰ ਮੈਂ ਚੱਲਦੀ ਰਹਿਣੀ ਹੈ, ਜਿਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਮੁੱਠਤਾ ਦਾ, ਇੱਕ ਜੁਟਤਾ ਦਾ ਸ਼ਕਤੀ ਪ੍ਰਦਰਸ਼ਨ ਕਦੀ ਵੀ ਦੇਖਣ ਨੂੰ ਨਹੀਂ ਮਿਲਦਾ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਅਖੀਰ ਦੇ ਵਿੱਚ ਇਹੀ ਕਹਿ ਸਕਦੇ ਆ ਕਾਂਗਰਸ ਦੇ ਬਾਰੇ ਕਿ ਲੋਕ ਇਹਨਾਂ ਦੇ ਮੂੰਹ ਵੱਲ ਤੱਕਦੇ ਕਿ ਸਾਡੀ ਆਵਾਜ਼, ਸਾਡੀ ਜ਼ੁਬਾਨ ਬਣਨਗੇ, ਪਰ ਇਹਨਾਂ ਦੀ ਆਪਦੀ ਜ਼ੁਬਾਨ ਜਿਹੜੀ ਹੈ ਇੱਕ ਦੂਜੇ ਦੇ ਖਿਲਾਫ ਚੱਲ ਪੈਂਦੀ ਹੈ। ਇਹਨਾਂ ਨੂੰ ਖੁਦ ਨੂੰ ਸਮਝ ਨਹੀਂ ਗੱਲ ਪ੍ਰੋਫੈਸਰ ਸਾਹਿਬ ਦੀ ਸਹੀ ਹੈ ਕਿ ਥੋੜਾ ਜਿਹਾ ਸੇਕ ਲੱਗਣਾ ਚਾਹੀਦਾ। ਹੁਣ ਤਾਂ ਲੂ ਤੋਂ ਡਰਦੇ ਘਰਾਂ ਤੋਂ ਨਿਕਲਦੇ ਨਹੀਂ, ਤੇ 4-5 ਮਹੀਨੇ ਦਾ ਮੈਸੇਜ ਦੇ ਦਿੱਤਾ ਕਿ ਅਕਤੂਬਰ ਜਾ ਕੇ ਮਿਲਾਂਗੇ, ਹਲੇ ਮਈ ਚੱਲਦਾ ਆ, ਪਤਾ ਨਹੀਂ ਉਦੋਂ ਤੱਕ ਕਾਂਗਰਸ ਕਿੱਥੇ ਹੋਏਗੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।